ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਧੰਨ ਵਾਹਿਗੁਰੂ ਸਾਹਿਬ ਜੀ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੈ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਤਿੰਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਲਾਸਾਨੀ ਇਤਿਹਾਸ ਦੇ ਪੰਨੇ ਨੂੰ ਯਾਦ ਕਰਦਿਆਂ ਹੋਇਆਂ ਅੱਜ ਅਸੀਂ ਸਾਰੇ ਹੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸੱਜ ਕੇ ਬੈਠੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਤਿਕਾਰਯੋਗ ਵੀਰ ਪਾਸੋਂ ਸਤਿਗੁਰੂ ਜੀ ਦੀ ਬਾਣੀ ਦੀਆਂ ਇਤਿਹਾਸ ਦੀਆਂ ਵਿਚਾਰਾਂ ਨੂੰ ਸਾਂਝੀਆਂ ਕਰਨ ਦਾ ਯਤਨ ਕਰ ਰਹੇ ਸੀ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਮਹਾਰਾਜ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਸਵਈਏ ਦਾ ਪਾਠ ਮੈਂ ਆਪ ਸੰਗਤ ਨਾਲ ਸਾਂਝਾ ਕੀਤਾ ਹੈ, ਇਸ ਪਾਵਨ ਪਾਠ ਅੰਦਰ ਗੁਰਦੇਵ ਬਹੁਤ ਪਿਆਰੇ ਬੋਲ ਸਾਡੇ ਨਾਲ ਸਾਂਝੇ ਕਰਦੇ ਨੇ। ਇਹ ਪਾਵਨ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੇ ਪੰਨਾ ਨੰਬਰ 1399 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਇਸ ਪਾਵਨ ਸਵਈਏ ਦੇ ਅੰਦਰ ਸਾਨੂੰ ਇਸ ਗੱਲ ਬਾਰੇ ਸਮਝਾਉਂਦੇ ਨੇ ਕਿ ਮਨੁੱਖ ਦੀ ਜੀਵਨ ਦੇ ਵਿੱਚ ਗੁਰੂ ਤਬਦੀਲੀ ਕਿਵੇਂ ਲੈ ਕੇ ਆਉਂਦਾ ਹੈ। ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨ ਤੋਂ ਬਾਅਦ ਉਹ ਕਿਹੋ ਜਿਹਾ ਬਣ ਜਾਂਦਾ ਹੈ, ਉਹਦੀ ਕੀ ਕੀਮਤ ਰਹਿ ਜਾਂਦੀ ਹੈ। ਗੁਰੂ ਧਾਰਨ ਕਰਨ ਤੋਂ ਬਾਅਦ 'ਚ ਮਨੁੱਖ ਦਾ ਜੀਵਨ ਕਿੰਨਾ ਕੁ ਕੀਮਤੀ ਬਣ ਜਾਂਦਾ ਹੈ। ਜਦੋਂ ਅਸੀਂ ਇਸ ਪਾਵਨ ਸਵਈਏ ਦੇ ਪਾਠ ਦੇ ਆਰੰਭ ਲਈ ਬੋਲ ਅਸੀਂ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ, ਕੱਚੋਂ ਕੰਚਨ ਭਇਓ। ਕੱਚ ਹੁੰਦਾ ਹੈ, ਜਿਵੇਂ ਅਸੀਂ ਬਾਜ਼ਾਰ ਦੇ ਵਿੱਚ ਕੱਚ ਦੇ ਬਰਤਨ ਖਰੀਦਦੇ ਹਾਂ, ਉਹ ਘਰ ਵਿੱਚ ਆਣ ਕੇ ਸਾਡੇ ਘਰਾਂ ਦਾ ਸ਼ਿੰਗਾਰ ਬਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਜੀਵਨ ਵਿੱਚ ਆਉਣ ਨਾਲ ਇੰਨਾ ਵੱਡਾ ਫਰਕ ਪਿਆ ਵੀ ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੰਚਨ ਦਾ ਮਤਲਬ ਹੁੰਦਾ ਹੈ ਸੋਨਾ। ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਭੱਜ ਗਿਆ, ਪਰ ਸੋਨੇ ਦੀ ਭੱਜੀ ਹੋਏ ਦੀ ਵੀ ਕੀਮਤ ਹੈ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਬਰਬਾਦ ਹੋ ਗਿਆ, ਸੁੱਟ ਦਿੱਤਾ। ਪਰ ਸੋਨਾ ਕੁਠਾਲੀ ਵਿੱਚ ਪਿਆ ਹੋਇਆ, ਭਾਵੇਂ ਕਿ ਉਹਦਾ ਰੂਪ ਕੋਈ ਬਣਦਾ ਨਹੀਂ, ਭਾਵੇਂ ਕਿ ਸੋਨਾ ਕੋਈ ਅਜੇ ਗਹਿਣੇ ਦੀ ਸ਼ਕਲ ਵਿੱਚ ਤਿਆਰ ਨਹੀਂ ਕੀਤਾ ਗਿਆ, ਪਰ ਉਹਦੀ ਤਾਂ ਵੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਗੁਰੂ ਦੀ ਜਦੋਂ ਬੰਦੇ ਦੇ ਜੀਵਨ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਤੇ ਬੰਦੇ ਦਾ ਜੀਵਨ ਵੀ ਫਿਰ ਬੜਾ ਕੀਮਤੀ ਹੋ ਜਾਂਦਾ ਹੈ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਸੰਸਾਰ ਵਿੱਚ ਬੜੇ ਐਸੇ ਬੰਦੇ ਨੇ ਜਿਨ੍ਹਾਂ ਨੇ 80-90 ਸਾਲ ਦੀ ਉਮਰ ਭੋਗੀ ਹੁੰਦੀ ਹੈ, ਪਰ ਇੰਨੀ ਲੰਮੀ ਉਮਰ ਭੋਗਣ ਤੋਂ ਬਾਅਦ ਵੀ ਉਹ ਬੰਦੇ ਕਿਸੇ ਦੇ ਕੰਮ ਨਹੀਂ ਆਉਂਦੇ। ਤੇ ਕਈ ਵਾਰੀ ਬੰਦਾ ਤੁਹਾਡੇ ਚੋਂ ਭਾਵੇਂ ਸਰੀਰ ਕਰਕੇ ਕਿਤੇ ਦੂਰ ਚਲਾ ਜਾਵੇ, ਭਾਵੇਂ ਸਰੀਰ ਕਰਕੇ ਕਿਤੇ ਵਿਛੜ ਜਾਏ, ਪਰ ਤਾਂ ਵੀ ਉਸ ਬੰਦੇ ਦੇ ਕੀਤੇ ਹੋਏ ਨੇਕ ਕੰਮ ਤੇ ਪਰਉਪਕਾਰ ਜੀਵਨ ਦੇ ਵਿੱਚ ਸਦਾ ਹੀ ਉਹਦੀਆਂ ਅੱਖਾਂ ਦੇ ਸਾਹਮਣੇ ਵਾਪਰਦੇ ਰਹਿੰਦੇ ਨੇ। ਤਾਂ ਵੀ ਉਹਦੇ ਨੇਕ ਕੰਮ ਸਦਾ ਹੀ ਲੋਕ ਯਾਦ ਕਰਦੇ ਨੇ। ਬੜੇ ਐਸੇ ਬੰਦੇ ਤੁਹਾਨੂੰ ਸੰਸਾਰ ਦੇ ਵਿੱਚੋਂ ਮਿਲ ਜਾਣਗੇ। ਅੱਜ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਉਸ ਸਮੇਂ ਨੂੰ ਯਾਦ ਕਰਦਿਆਂ ਹੋਇਆਂ ਸਾਰੇ ਹੀ ਇੱਥੇ ਬੈਠੇ ਹਾਂ।
ਅਸੀਂ ਅੱਜ ਉਸ ਮਾਹੌਲ ਦੇ ਵਿੱਚ ਜਾਣਾ ਚਾਹਾਂਗੇ ਜਿਸ ਮਾਹੌਲ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਅੰਦਰ ਬੜੀ ਸੂਰਬੀਰਤਾ ਦੇ ਨਾਲ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਸੀ। ਜਦੋਂ ਵੀ ਸਾਧ ਸੰਗਤ ਇਹ ਰਾਤਾਂ ਆਉਂਦੀਆਂ ਨੇ ਤੇ ਇਹਨਾਂ ਰਾਤਾਂ ਵਿੱਚ ਜਿਉਂ-ਜਿਉਂ ਠੰਡ ਵੱਧਦੀ ਹੈ, ਜਿਉਂ-ਜਿਉਂ ਠੰਡ ਦਾ ਪਹਿਰਾ ਜਿਹੜਾ ਹੈ ਉਹ ਸਖਤ ਹੁੰਦਾ ਹੈ, ਕਰੜਾ ਹੁੰਦਾ ਹੈ, ਤੇ ਕਦੀ ਇਸ ਚੀਜ਼ ਨੂੰ ਮਹਿਸੂਸ ਕਰਕੇ ਵੇਖਿਓ ਕਿ ਸਾਡੇ ਕੋਲ ਅੱਜ ਕਿੰਨੀਆਂ ਸੁੱਖ ਸਹੂਲਤਾਂ ਮੌਜੂਦ ਨੇ, ਪਰ ਕੈਸਾ ਜਿਗਰਾ ਹੋਏਗਾ ਕਲਗੀਧਰ ਪਾਤਸ਼ਾਹ ਦਾ, ਕੈਸਾ ਜਿਗਰਾ ਹੋਏਗਾ ਮਾਤਾ ਗੁਜਰ ਕੌਰ ਦਾ, ਕੈਸਾ ਜਿਗਰਾ ਹੋਏਗਾ ਬਾਬਾ ਜ਼ੋਰਾਵਰ ਸਿੰਘ ਦਾ, ਬਾਬਾ ਫਤਿਹ ਸਿੰਘ ਦਾ, ਜਿਹੜੇ ਇੰਨੀਆਂ ਠਰਦੀਆਂ ਹੋਈਆਂ ਰਾਤਾਂ ਦੇ ਵਿੱਚ ਵੀ ਉਸ ਸਾਰੇ ਕਹਿਰ ਨੂੰ ਆਪਣੇ ਪਿੰਡੇ ਤੇ ਹੰਢਾ ਰਹੇ ਨੇ। ਬੜਾ ਔਖਾ ਕੰਮ ਹੈ, ਕਹਿਣਾ ਬਹੁਤ ਸੌਖਾ ਹੈ। ਦੁਨੀਆ ਦੇ ਵਿੱਚ ਹਰ ਕੋਈ ਬੰਦਾ ਕੰਮ ਕਰਦਾ ਹੈ, ਤੁਸੀਂ ਵੀ ਕੰਮ ਕਰਦੇ ਹੋ, ਹਰ ਇੱਕ ਬੰਦੇ ਦੀ ਆਪਣੀ ਕਿਰਤ ਹੈ, ਪਰ ਬੰਦਾ ਦੁਨੀਆ ਦੇ ਵਿੱਚ ਕੰਮ ਕਰਦਾ ਸਿਰਫ ਆਪਣੇ ਕਰਕੇ, ਆਪਣੇ ਨਿੱਜ ਕਰਕੇ। ਮੈਂ ਕੋਈ ਕਿਰਤ ਕਰਦਾ, ਮੈਂ ਆਪਣੇ ਨਿੱਜ ਕਰਕੇ ਕਰਦਾ, ਤੁਸੀਂ ਕੋਈ ਕਿਰਤ ਕਰਦੇ ਹੋ ਆਪਣੇ ਨਿੱਜ ਕਰਕੇ ਕਰਦੇ ਹੋ। ਪਰ ਜਿਹੜੀ ਕਿਰਤ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕੀਤੀ ਉਹ ਆਪਣੇ ਨਿੱਜ ਵਾਸਤੇ ਨਹੀਂ ਸੀ। ਉਹਨਾਂ ਨੇ ਜਿਹੜੀ ਕਿਰਤ ਕੀਤੀ ਹੈ ਉਹ ਆਪਣੇ ਵਾਸਤੇ ਨਹੀਂ ਸੀ, ਉਹ ਖਾਲਸਾ ਪੰਥ ਵਾਸਤੇ ਸੀ। ਉਸ ਖਾਲਸਾ ਪੰਥ ਦੇ ਵਿੱਚ ਅਸੀਂ ਆਉਂਦੇ ਹਾਂ, ਉਸ ਖਾਲਸਾ ਪੰਥ ਦੇ ਵਿੱਚ ਹਿੱਸੇਦਾਰੀ ਸਾਡੀ ਹੈ। ਜੇ ਅੱਜ ਅਸੀਂ ਗੁਰਦੁਆਰਿਆਂ ਵਿੱਚ ਬੈਠ ਕੇ ਉਹਨਾਂ ਦੀ ਵਿਚਾਰ ਕਰਦੇ ਹਾਂ ਤੇ ਇਹਦੇ ਵਿੱਚ ਉਹਨਾਂ ਦੀ ਕੀਤੀ ਹੋਈ ਕਿਰਤ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਅੱਜ ਜਿਸ ਰਾਤ ਨੂੰ ਅਸੀਂ ਮੁਖਾਤਬ ਹੋ ਕੇ ਸਾਧ ਸੰਗਤ ਇੱਥੇ ਬੈਠੇ ਹਾਂ, ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਉਹ ਕਿਲ੍ਹਾ ਛੱਡਿਆ ਸੀ ਜਿਹਨੂੰ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1665 ਈਸਵੀ ਦੇ ਵਿੱਚ ਬੜੇ ਪਿਆਰ ਨਾਲ ਵਸਾਇਆ ਸੀ। ਮੈਂ ਹਿਸਟਰੀ ਦੇ ਥੋੜ੍ਹਾ ਜਿਹਾ ਬੈਕ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਨੂੰ ਗੱਲ ਸੌਖੇ ਤਰੀਕੇ ਨਾਲ ਜਿਹੜੀ ਹੈ ਸਮਝ ਆ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਸਾਧ ਸੰਗਤ ਜੀਵਨ ਪੜ੍ਹੀਏ ਨਾ, ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਇੱਕ ਪੁਸਤਕ ਹੈ ਸਾਡੇ ਗੁਰਦੇਵ, ਉਹ ਪੁਸਤਕ ਦੀ ਭੂਮਿਕਾ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ। ਕਹਿੰਦੇ ਦੁਨੀਆ ਦੇ ਵਿੱਚ 3 ਤਰ੍ਹਾਂ ਦੇ ਮੁੱਖ ਤੌਰ ਤੇ ਲੋਕ ਹੁੰਦੇ ਨੇ, 3 ਤਰ੍ਹਾਂ ਦੇ। ਪਹਿਲੇ ਦੁਨੀਆ ਦੇ ਵਿੱਚ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦੇ ਬੜੇ ਮਹਾਨ ਸਨ, ਅਸੀਂ ਉਹਨਾਂ ਦੇ ਸਪੁੱਤਰ ਆ। ਕੁਝ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦਿਆਂ ਨੇ ਬੜੇ ਮਹਾਨ ਕੰਮ ਕੀਤੇ ਸਨ, ਅਸੀਂ ਅੱਗੇ ਜਾ ਕੇ ਉਹਨਾਂ ਦੇ ਵਾਰਸ ਹਾਂ। ਤੁਸੀਂ ਵੇਖੋ ਕਈ ਵਾਰੀ ਬੰਦਾ ਕਿਤੇ ਰੋਡ ਤੇ ਜਾ ਰਿਹਾ ਹੋਵੇ ਤੇ ਕੋਈ ਬੰਦਾ ਉਹਦੀ ਗੱਡੀ ਘੇਰ ਲਵੇ ਤੇ ਅਗਲਾ ਕਹਿੰਦਾ ਵੀ ਤੈਨੂੰ ਪਤਾ ਨਹੀਂ ਮੇਰਾ ਪਿਓ ਕਿੱਡੀ ਵੱਡੀ ਪੋਸਟ ਤੇ ਲੱਗਾ ਹੋਇਆ, ਕਿੱਡਾ ਉੱਚਾ ਅਹੁਦਾ ਹੈ ਉਹਦੇ ਕੋਲ। ਕਹਿੰਦਾ ਦੂਜੇ ਦੁਨੀਆ ਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਸ਼ਖਸੀਅਤ ਕਰਕੇ ਆਪ ਜਾਣੇ ਜਾਂਦੇ ਨੇ। ਦੂਜੇ ਦੁਨੀਆ ਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਕੰਮ ਕਰਕੇ ਆਪ ਜਾਣੇ ਜਾਂਦੇ ਨੇ, ਜਿਨ੍ਹਾਂ ਦਾ ਕੋਈ ਨਾਮ ਦੁਨੀਆ ਦੇ ਵਿੱਚ ਹੈ, ਜਿਨ੍ਹਾਂ ਨੂੰ ਦੁਨੀਆ ਉਹਨਾਂ ਦੇ ਨਾਮ ਕਰਕੇ ਜਾਣਦੀ ਹੈ। ਤੇ ਕਹਿੰਦੇ ਤੀਜੇ ਦੁਨੀਆ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਬੱਚਿਆਂ ਨੇ ਬੜਾ ਮਹਾਨ ਕੰਮ ਕੀਤਾ ਹੁੰਦਾ ਹੈ, ਜਿਹੜੇ ਫਕਰ ਨਾਲ ਕਹਿੰਦੇ ਨੇ ਉਹ ਜਿਹੜਾ ਇੰਨੀ ਦੂਰ ਖਲੋਤਾ ਹੋਇਆ ਮੇਰਾ ਬੱਚਾ ਜਿਹੜਾ ਸਟੇਜ ਤੇ ਸਨਮਾਨ ਲੈ ਰਿਹਾ ਹੈ, ਮੈਂ ਮਾਣ ਨਾਲ ਕਹਿ ਸਕਦਾ ਮੈਨੂੰ ਮਾਣ ਹੈ ਆਪਣੇ ਬੱਚੇ ਤੇ। ਤੀਜੇ ਦੁਨੀਆ ਤੇ ਉਹ ਲੋਕ ਨੇ ਜਿਹੜੇ ਆਪਣੀ ਔਲਾਦ ਤੇ ਮਾਣ ਕਰਦੇ ਨੇ। ਤੇ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਵਿੱਚ ਲਿਖਦੇ ਨੇ, ਕਹਿੰਦੇ ਤੁਸੀਂ ਤੱਕ ਕੇ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ, ਉਹਨਾਂ ਦੇ ਜੀਵਨ ਵਿੱਚ 3 ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਉਹਨਾਂ ਦੇ ਜੀਵਨ ਵਿੱਚ 3 ਚੀਜ਼ਾਂ ਮਿਲ ਜਾਣਗੀਆਂ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿੱਡੀ ਵੱਡੀ ਕੁਰਬਾਨੀ ਹੈ ਉਹਨਾਂ ਦੀ। ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਆਪਣਾ ਜੀਵਨ ਤੱਕ ਕੇ ਵੇਖ ਲਓ, ਪੂਰਾ ਜੀਵਨ ਉਹਨਾਂ ਦਾ 42 ਸਾਲ ਦੀ ਉਮਰ ਹੈ ਤੇ 42 ਸਾਲ ਦੀ ਉਮਰ ਦੇ ਵਿੱਚ 14 ਜੰਗਾਂ ਗੁਰਦੇਵ ਲੜਦੇ ਨੇ ਤੇ 14 ਦੀਆਂ 14 ਜੰਗਾਂ ਦੇ ਵਿੱਚੋਂ ਸਤਿਗੁਰੂ ਜਿੱਤ ਪ੍ਰਾਪਤ ਕਰਦੇ ਨੇ ਤੇ ਖਾਲਸਾ ਪੰਥ ਵਾਸਤੇ ਇੰਨੇ ਵੱਡੇ ਕਾਰਨਾਮੇ ਕਰ ਜਾਂਦੇ ਨੇ
ਇੰਨੀ ਵੱਡੀ ਇਨਕਲਾਬੀ ਉਸ ਸਮੇਂ ਦੇ ਵਿੱਚ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕਾਂ ਅੱਗੇ ਪੇਸ਼ ਕਰਦੇ ਨੇ, ਜਿਹਦਾ ਕਿ ਦੁਨੀਆ ਦੇ ਵਿੱਚ ਕੋਈ ਤੋੜ ਨਹੀਂ। ਤੇ ਤੀਜਾ ਤੱਕ ਕੇ ਵੇਖੋ, ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਸਾਹਿਬਜ਼ਾਦੇ 2 ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ 2 ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੁੰਦੇ ਨੇ। ਪਿਆਰਾ ਸਿੰਘ ਪਦਮ ਕਹਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਤੁਸੀਂ ਜਿਹੜਾ ਵੀ ਪਾਸਾ ਤੱਕੋਗੇ ਤੁਹਾਨੂੰ ਉਹ ਮੁਕੰਮਲ ਦਿਸੇਗਾ। ਉਹਨਾਂ ਦੇ ਜੀਵਨ ਵਿੱਚ ਕੋਈ ਊਣਤਾਈ ਨਹੀਂ ਸੀ। ਐਸੇ ਕਲਗੀਧਰ ਸਵਾਮੀ ਦਾ ਜਨਮ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਹੁਣ ਮੈਂ ਇਤਿਹਾਸ ਦੇ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਗੱਲ ਸੌਖੇ ਤਰੀਕੇ ਨਾਲ ਸਮਝ ਲੱਗ ਸਕੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ, ਆਪਣੇ ਪਿਤਾ ਦੇ ਸਾਹਮਣੇ ਲੜਦੇ ਨੇ ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਵੀ ਉਹਨਾਂ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਤੇ ਤੇਗ ਬਹਾਦਰ ਕਰ ਦਿੱਤਾ ਜਾਂਦਾ ਹੈ। ਬੜਾ ਵੱਡਾ ਲਕਬ ਹੈ ਸਤਿਗੁਰੂ ਨੂੰ ਜਿਹੜਾ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਪਰ ਤੁਸੀਂ ਥੋੜ੍ਹੀ ਜਿਹੀ ਇਸ ਗੱਲ ਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕਰਿਓ। ਅੱਜ ਤੱਕ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਵੀ ਤਸਵੀਰ ਹੱਥ ਵਿੱਚ ਫੜੀ ਹੋਈ ਤੇਗ ਵਾਲੀ ਨਹੀਂ ਵਿਖਾਈ ਦਿੱਤੀ ਹੋਏਗੀ। ਜਿੰਨੀਆਂ ਵੀ ਉਹਨਾਂ ਦੀਆਂ ਤਸਵੀਰਾਂ ਪ੍ਰਚਲਿਤ ਕੀਤੀਆਂ ਨੇ, ਸਾਰੀਆਂ ਤਸਵੀਰਾਂ ਸਿਰਫ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਵੀ ਸਤਿਗੁਰੂ ਭੋਰੇ ਵਿੱਚ ਬੈਠੇ ਰਹੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਲੰਮਾ ਸਮਾਂ ਤਪ ਕੀਤਾ। ਮੈਂ ਇਸ ਕਰਕੇ ਤੁਹਾਡੇ ਨਾਲ ਬੇਨਤੀ ਸਾਂਝੀ ਕਰ ਰਿਹਾ ਤਾਂ ਕਿ ਇਤਿਹਾਸ ਦੀ ਲੜੀ ਨੂੰ ਥੋੜ੍ਹਾ ਜਿਹਾ ਅਸੀਂ ਜੋੜ ਸਕੀਏ। ਜੇ ਅਸੀਂ ਉਹਨਾਂ ਰਾਤਾਂ ਤੱਕ ਪਹੁੰਚਣਾ ਹੈ, ਜੇ ਅਸੀਂ ਉਹਨਾਂ ਰਾਤਾਂ ਨੂੰ ਸੱਚੀ ਮਹਿਸੂਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਹਦੇ ਪਿਛੋਕੜ ਵਿੱਚ ਕੀ ਕੁਝ ਪਿਆ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਚੌਥਾ ਜੰਗ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਪੈਂਦੇ ਖਾਨ ਜਿਹੜਾ ਗੁਰੂ ਘਰ ਦੇ ਵਿੱਚ ਪਲਿਆ, ਛੋਟੇ ਹੁੰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਬੱਚੇ ਨੂੰ ਚੁੱਕਿਆ, ਉਹਨੂੰ ਪਾਲਿਆ ਤੇ ਇੱਥੋਂ ਤੱਕ ਧਰਮ ਦੀ ਇਜਾਜ਼ਤ ਦਿੱਤੀ। ਆਖਿਆ ਪੈਂਦੇ ਖਾਨ ਕੋਈ ਗੱਲ ਨਹੀਂ, ਤੂੰ ਗੁਰੂ ਘਰ ਵਿੱਚ ਪਲਿਆ ਹੈ, ਇੱਥੇ ਰਹਿੰਦਾ ਹੈ, ਪਰ ਜੇ ਤੇਰਾ ਧਰਮ ਹੈ ਨਮਾਜ਼ ਪੜ੍ਹਨਾ ਤੂੰ ਪੜ੍ਹ ਸਕਦਾ ਹੈ, ਤੈਨੂੰ ਕੋਈ ਰੋਕ ਨਹੀਂ, ਤੈਨੂੰ ਕਿਸੇ ਤਰ੍ਹਾਂ ਦਾ ਕਿਸੇ ਗੱਲ ਤੋਂ ਮਨਾਹੀ ਨਹੀਂ ਕੀਤੀ ਜਾਏਗੀ, ਤੂੰ ਨਮਾਜ਼ ਪੜ੍ਹ ਸਕਦਾ ਹੈ। ਤੇ ਪੈਂਦੇ ਖਾਨ ਇੱਕ ਮੁਸਲਮਾਨ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਪਲਿਆ, ਪਰ ਬੁੱਧੀ ਫਿਰ ਗਈ, ਮੱਤ ਪੁੱਠੀ ਹੋ ਗਈ। ਮੁਗਲ ਫੌਜਾਂ ਦੇ ਨਾਲ ਸਮਝੌਤਾ ਕਰਕੇ ਤੇ ਸਤਿਗੁਰੂ ਦੇ ਉੱਪਰ ਫੌਜਾਂ ਲੈ ਕੇ ਧਾਵਾ ਕਰ ਦਿੱਤਾ। ਜਦੋਂ ਘਮਸਾਣ ਦਾ ਜੰਗ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਜੰਗ ਦੇ ਵਿੱਚ ਬੜੀ ਸੂਰਬੀਰਤਾ ਦੇ ਜੌਹਰ ਵਿਖਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਜਦੋਂ ਮੈਦਾਨੇ ਜੰਗ ਵਿੱਚ ਅੱਖਾਂ ਨਾਲ ਲੜਦੇ ਹੋਏ ਵੇਖਦੇ ਨੇ ਤੇ ਆਖਦੇ ਨੇ, ਤੇਰਾ ਨਾਮ ਅੱਜ ਤੋਂ ਬਾਅਦ ਤਿਆਗ ਮਲਣੀ ਤੇਗ ਬਹਾਦਰ ਹੈ, ਤੂੰ ਤੇਗ ਦਾ ਧਨੀ ਹੈ। ਪਰ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸ ਤਰੀਕੇ ਦਾ ਵਿਖਾਇਆ ਗਿਆ ਜਿਵੇਂ ਉਹਨਾਂ ਨੇ ਭੋਰੇ ਵਿੱਚ ਬੈਠ ਕੇ ਲੰਮੀ ਤਪੱਸਿਆ ਕੀਤੀ ਹੋਵੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਤਾਂ ਕਿ ਅਸੀਂ ਥੋੜ੍ਹਾ ਜਿਹਾ ਨੇੜੇ ਜਾ ਸਕੀਏ। ਅੱਗੇ ਜਾ ਕੇ ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਿਰਾਏ ਸਾਹਿਬ ਦਾ ਸਮਾਂ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1644 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। 1644 ਤੋਂ ਬਾਅਦ ਸਿੱਖ ਪੰਥ ਦੀ ਵਾਗਡੋਰ ਗੁਰੂ ਹਰਿਰਾਏ ਸਾਹਿਬ ਸੰਭਾਲਦੇ ਨੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਨਾਰਸ ਦੀ ਧਰਤੀ ਤੋਂ ਇੱਕ ਵਿਦਵਾਨ ਪੰਡਤ ਆਉਂਦਾ ਹੈ ਜਿਹਦਾ ਸਿੱਖੀ ਦੇ ਨਾਲ ਬੜਾ ਗਹਿਰਾ ਤੇ ਬੜਾ ਡੂੰਘਾ ਸੰਬੰਧ ਹੈ। ਆਣ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੇਨਤੀ ਕਰਦਾ ਹੈ, ਆਖਿਆ ਮਹਾਰਾਜ ਸਾਡੇ ਇਲਾਕੇ ਵਿੱਚ ਕੋਈ ਪ੍ਰਚਾਰਕ ਭੇਜੋ ਤਾਂ ਕਿ ਸਾਡੇ ਇਲਾਕੇ ਵਿੱਚ ਲਗਾਇਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਬੂਟਾ ਵੱਧ ਫੁੱਲ ਸਕੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬੇਨਤੀ ਮੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਡਿਊਟੀ ਲਾਉਂਦੇ ਨੇ, ਜਾਓ ਤੁਸੀਂ ਉਹਨਾਂ ਸਥਾਨਾਂ ਤੇ ਜਾ ਕੇ ਪ੍ਰਚਾਰ ਕਰਕੇ ਆਓ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਪਹੁੰਚ ਚੁੱਕੇ ਸਨ। ਹੁਣ ਇੱਥੇ ਇੱਕ ਇਤਿਹਾਸ ਦੀ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ। ਇਤਿਹਾਸ ਵਿੱਚ ਸਾਧ ਸੰਗਤ ਸਭ ਤੋਂ ਲੰਮਾ ਪੈਂਡਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਜਿਨ੍ਹਾਂ ਦੀ ਅਸੀਂ ਪ੍ਰਚਾਰ ਫੇਰੀਆਂ ਦਾ ਜ਼ਿਕਰ ਪੜ੍ਹਦੇ ਹਾਂ। ਤੇ ਦੂਜੇ ਨੰਬਰ ਤੇ ਸਭ ਤੋਂ ਲੰਮੇਰਾ ਪੰਧ ਇਤਿਹਾਸ ਵਿੱਚ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ।
ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵਿੱਚੋਂ ਗੱਲ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਜੇ ਨੰਬਰ ਤੇ ਐਸੇ ਗੁਰੂ ਹੋਏ ਨੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਲਾ ਕੇ ਸਿੱਖੀ ਦਾ ਪ੍ਰਚਾਰ ਪੂਰਬ ਦੇਸ਼ ਦੇ ਵਿੱਚ ਕੀਤਾ, ਪੂਰਬ ਦਿਸ਼ਾ ਵਾਲੇ ਪਾਸੇ। 1656 ਈਸਵੀ ਦੇ ਵਿੱਚ ਮਹਾਰਾਜ ਪਹਿਲੀ ਪ੍ਰਚਾਰ ਫੇਰੀ ਆਰੰਭ ਕਰਦੇ ਨੇ, ਆਪਣੇ ਪਰਿਵਾਰ ਦੇ ਨਾਲ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ, ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਪਹਿਲਾ ਨਾਮ ਮਾਤਾ ਗੁਜਰੀ ਸੀ, ਉਹ ਵੀ ਉਹਨਾਂ ਦੇ ਨਾਲ ਜਥੇ ਵਿੱਚ ਮੌਜੂਦ ਨੇ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ 1661 ਈਸਵੀ ਦੇ ਵਿੱਚ ਹੁੰਦਾ ਹੈ। 23 ਪੋਹ ਜਿਹੜੀ ਅੱਜ ਕੱਲ੍ਹ 5 ਜਨਵਰੀ ਨੂੰ ਆਉਂਦੀ ਹੈ, 1661 ਈਸਵੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਪਟਨਾ ਸਾਹਿਬ ਦੀ ਧਰਤੀ ਤੇ। ਸਤਿਗੁਰੂ ਆਪਣੀ ਜ਼ਿੰਦਗੀ ਦਾ ਪਹਿਲਾ ਸਮਾਂ ਉਸ ਧਰਤੀ ਤੇ ਬਤੀਤ ਕਰਦੇ ਨੇ। 7 ਸਾਲ ਦੀ ਉਮਰ ਹੁੰਦੀ ਹੈ। ਸਤਿਗੁਰੂ ਆਪਣੇ ਸਿੱਖਾਂ ਦੇ ਨਾਲ, ਆਪਣੀ ਮਾਤਾ ਦੇ ਨਾਲ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਆਉਂਦੇ ਨੇ, ਤੇ ਰਸਤੇ ਵਿੱਚ ਪਿੰਡ ਹੈ ਲਖਨੌਰ ਸਾਹਿਬ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ। ਤੇ ਸਤਿਗੁਰੂ ਜੀ ਦਾ ਨਾਨਕਾ ਪਰਿਵਾਰ ਉੱਥੇ ਵੱਸਦਾ ਸੀ ਉਹਨਾਂ ਸਮਿਆਂ ਦੇ ਵਿੱਚ। ਮਹਾਰਾਜ ਆਪਣੇ ਨਾਨਕੇ ਪਰਿਵਾਰ ਦੇ ਪਿੰਡ ਵਿੱਚ ਆਉਂਦੇ ਨੇ, ਬੜਾ ਚਾਅ ਕੀਤਾ ਜਾਂਦਾ ਹੈ। ਪਹਿਲੀ ਵਾਰੀ ਨਾਨਕੇ ਪਰਿਵਾਰ ਦੇ ਵਿੱਚ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਈ ਹੋਈ ਸੰਗਤ ਦੇ ਸੰਬੋਧਨ ਹੁੰਦੇ ਨੇ, ਉੱਥੇ ਆਈ ਹੋਈ ਸੰਗਤ ਦੇ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਮਹਾਰਾਜ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਂਦਾ ਹੈ। 1664 ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਗੁਰਤਾ ਗੱਦੀ ਆ ਜਾਂਦੀ ਹੈ। 1665 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ, ਜਿਹੜਾ ਉੱਥੋਂ ਦਾ ਸਾਰਾ ਪਹਾੜੀ ਇਲਾਕਾ ਹੈ, ਉਹਦੇ ਪੈਰਾਂ ਦੇ ਵਿੱਚ ਇੱਕ ਨਗਰ ਵਸਾਉਂਦੇ ਨੇ ਜਿਹਦਾ ਨਾਮ ਰੱਖਿਆ ਜਾਂਦਾ ਹੈ ਚੱਕ ਨਾਨਕੀ। ਚੱਕ ਨਾਨਕੀ ਨਾਮ ਉਹਨਾਂ ਨੇ ਇਸ ਕਰਕੇ ਰੱਖਿਆ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ। ਇਤਿਹਾਸ ਵਿੱਚ 2 ਨਾਨਕੀ ਨਾਮ ਦੀਆਂ ਔਰਤਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ। ਪਹਿਲੀ ਬੇਬੇ ਨਾਨਕੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭੈਣ ਸਨ, ਤੇ ਦੂਜਾ ਸੀ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ। 1665 ਵਿੱਚ ਨਗਰ ਵਸਾਇਆ ਜਾਂਦਾ ਹੈ ਚੱਕ ਨਾਨਕੀ, ਉਸ ਨਗਰ ਦਾ ਨਾਮ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੇਲੇ ਪ੍ਰਚਲਿਤ ਹੋ ਜਾਂਦਾ ਹੈ। ਸਤਿਗੁਰੂ ਪਹਿਲੀ ਜੰਗ ਆਪਣੀ ਭੰਗਾਣੀ ਦੀ ਲੜਦੇ ਨੇ। 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਤੇ ਪਹਿਲੀ ਜੰਗ ਉਹਨਾਂ ਦੀ ਸ਼ਹਾਦਤ ਤੋਂ ਬਾਅਦ 'ਚ ਮਹਾਰਾਜ ਭੰਗਾਣੀ ਦੀ ਲੜਦੇ ਨੇ। ਹੁਣ ਇੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਬੜਾ ਐਸਾ ਘਟਨਾਕ੍ਰਮ ਵਾਪਰਿਆ ਜਿਹੜੀਆਂ ਅਸੀਂ ਅੱਜ ਇਹ ਰਾਤਾਂ ਦਾ ਜ਼ਿਕਰ ਕਰਦੇ ਹਾਂ। ਇਹਨਾਂ ਦੇ ਜਦੋਂ ਅਸੀਂ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਤੇ ਬੜਾ ਇੱਕ ਲੰਮਾ ਸਫ਼ਰ ਸਿੱਖੀ ਦਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੇ ਤੈਅ ਕੀਤਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਬਾਰ ਲੱਗਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ, ਆਣ ਕੇ ਬੇਨਤੀ ਕਰਦੇ ਨੇ, ਆਖਿਆ ਮਹਾਰਾਜ ਅਸੀਂ ਸਾਰੇ ਆਪਣੇ ਧਾਰਮਿਕ ਸਥਾਨਾਂ ਤੋਂ ਹੋ ਆਏ, ਜਗਨਨਾਥਪੁਰੀ ਵੀ ਹੋ ਆਏ, ਬਨਾਰਸ ਵੀ ਹੋ ਆਏ, ਜਿੰਨੇ ਵੀ ਸਾਡੇ ਧਾਰਮਿਕ ਸਥਾਨ ਸਨ ਸਾਰਿਆਂ ਤੋਂ ਹੋ ਆਏ, ਪਰ ਸਾਡੀ ਕਿਸੇ ਨੇ ਅਜੇ ਤੱਕ ਬਾਂਹ ਨਹੀਂ ਫੜੀ, ਦੱਸੋ ਕਿੱਥੇ ਜਾਈਏ। ਸਾਨੂੰ ਕੋਈ ਵੀ ਹੋਰ ਐਸਾ ਦਰ ਨਹੀਂ ਲੱਭਿਆ ਜਿੱਥੋਂ ਅਸੀਂ ਆਪਣੇ ਤੇ ਹੋ ਰਹੇ ਜ਼ੁਲਮਾਂ ਦਾ ਨਿਬੇੜਾ ਕਰ ਸਕੀਏ, ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਕੱਟ ਸਕੀਏ। ਅਖੀਰ ਤੇ ਆਣ ਕੇ ਅਸੀਂ ਗੁਰੂ ਨਾਨਕ ਦੇ ਦਰ ਤੇ ਆਏ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਣ ਕੇ ਸਾਡੇ ਮਨ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ, ਅਸੀਂ ਇੱਥੋਂ ਅੱਜ ਸੁਰਖਰੂ ਹੋ ਕੇ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੱਸੋ ਤੁਹਾਡੀ ਕੀ ਸਮੱਸਿਆ ਹੈ। ਉਹਨਾਂ ਦੇ ਵਿੱਚ ਇੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਸ਼ਮੀਰ ਦੀ ਧਰਤੀ ਤੋਂ ਇੱਕ ਪੰਡਤ ਆਉਂਦਾ ਹੈ, ਉਹ ਉਹਨਾਂ ਸਾਰਿਆਂ ਦੀ ਅਗਵਾਈ ਕਰਦਾ ਹੈ। ਉਹ ਪੰਡਤ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗਾ ਮਹਾਰਾਜ ਬਿਪਤਾ ਇਹਨਾਂ 'ਤੇ ਇਹ ਹੈ ਵੀ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਹਨਾਂ 'ਤੇ ਬੜਾ ਅਤਿਆਚਾਰ ਕਰਦਾ, ਬੜਾ ਜ਼ੁਲਮ ਕਰ ਰਿਹਾ ਹੈ, ਇਹਨਾਂ ਦੇ ਆਏ ਦਿਨ ਧੱਕੇ ਦੇ ਨਾਲ ਜਨੇਊ ਉਤਾਰੇ ਜਾ ਰਹੇ ਨੇ, ਹੁਣ ਤੁਸੀਂ ਇਹਨਾਂ ਦੀ ਰੱਖਿਆ ਕਰ ਸਕਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ
ਜਾਓ ਜਾ ਕੇ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਤੁਸੀਂ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਇਸਲਾਮ ਮਤ ਵਿੱਚ ਤਬਦੀਲ ਕਰ ਲਓ, ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਵਾਂਗੇ। ਇਹ ਉਹਨਾਂ ਸਮਿਆਂ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਸੀ। ਹੁਣ ਤੁਸੀਂ ਅੰਦਾਜ਼ਾ ਲਾਓ, ਜਦੋਂ ਕਸ਼ਮੀਰੀ ਪੰਡਤਾਂ ਦਾ ਵਫਦ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਣ ਕੇ ਹਾਜ਼ਰ ਹੁੰਦਾ ਹੈ ਤੇ ਆਪਣੇ ਪੂਰੇ ਪੰਥ ਦਾ ਜਿੰਮਾ, ਆਪਣੀ ਪੂਰੀ ਕੌਮ ਦਾ ਜਿੰਮਾ, ਆਪਣੇ ਪੂਰੇ ਧਰਮ ਦਾ ਜਿੰਮਾ ਗੁਰੂ ਸਾਹਿਬ ਜੀ ਦੇ ਮੋਢਿਆਂ 'ਤੇ ਪਾ ਦਿੰਦਾ ਹੈ ਤੇ ਆਖਦਾ ਹੈ ਅਸੀਂ ਆਪਣਾ ਸਾਰਾ ਧਰਮ ਕਰਮ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ 'ਤੇ ਛੱਡ ਦਿੱਤਾ ਹੈ। ਔਰੰਗਜ਼ੇਬ ਨੂੰ ਚਿੱਠੀ ਭੇਜ ਦਿੱਤੀ ਜਾਂਦੀ ਹੈ, ਜਾਓ ਤੁਸੀਂ ਸਿੱਖਾਂ ਦੇ 9ਵੇਂ ਗੁਰੂ ਨੂੰ ਇਸਲਾਮ ਮਤ ਦੇ ਵਿੱਚ ਤਬਦੀਲ ਕਰ ਲਓ, ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਆ। ਇਹ ਉਹਨਾਂ ਦਾ ਵਿਸ਼ਵਾਸ ਸੀ ਗੁਰੂ 'ਤੇ, ਇਹ ਉਹਨਾਂ ਦਾ ਭਰੋਸਾ ਸੀ ਗੁਰੂ 'ਤੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਖਾਲਸਾ ਪੰਥ ਫੁੱਟਦਾ ਹੈ। 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਤੇ ਇੱਕ ਚੀਜ਼ ਨੂੰ ਇੱਥੇ ਸਾਧ ਸੰਗਤ ਹਮੇਸ਼ਾ ਯਾਦ ਰੱਖਿਓ, ਕੌਮ ਦੇ ਵਿੱਚ ਜਦੋਂ ਵੀ ਸ਼ਹੀਦੀਆਂ ਦਾ ਦੌਰ ਚੱਲਦਾ ਹੈ ਨਾ ਤੇ ਉਹਨਾਂ ਤੋਂ ਬਾਅਦ 'ਚ ਇੱਕ ਬੜਾ ਵੱਡਾ ਇਨਕਲਾਬ ਫਿਰ ਤੋਂ ਸਿਰਜਦਾ ਹੈ। ਇਹ ਸਿੱਖਾਂ ਦੀ ਇੱਕ ਬੜੀ ਵਿਲੱਖਣ ਗਾਥਾ ਰਹੀ ਹੈ। ਜੇ ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੌਜਵਾਨੀ ਦੀ ਮੰਗ ਕਰਦੇ ਨੇ ਤੇ ਆਖਦੇ ਨੇ ਸਾਰੇ ਨੌਜਵਾਨ ਇਸ ਸਥਾਨ 'ਤੇ ਇਕੱਠੇ ਹੋ, ਅਸੀਂ ਮੁਗਲਾਂ ਦੇ ਖਿਲਾਫ ਜ਼ੁਲਮ ਦਾ ਟਾਕਰਾ ਕਰਨਾ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਾਂ ਲੜਦੇ ਨੇ, ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ, ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਪਿੱਛੇ ਵਾਪਸ ਮੁੜਨਾ ਪੈਂਦਾ। ਇਹ ਸਿੱਖਾਂ ਦਾ ਸ਼ੁਰੂ ਤੋਂ ਹੀ ਇਤਿਹਾਸ ਰਿਹਾ ਹੈ। ਇੱਥੇ ਨਾਦਰ ਸ਼ਾਹ ਵਰਗੇ ਆਏ ਜਿਹੜੇ ਕਹਿੰਦੇ ਸੀ ਇੱਕ ਸਮੇਂ ਅਸੀਂ 2 ਮੁਲਕਾਂ ਦੇ ਉੱਪਰ ਆਪਣਾ ਰਾਜ ਕਾਇਮ ਕਰਾਂਗੇ, ਪਰ ਗੁਰੂ ਕੇ ਸਿੱਖਾਂ ਨੇ ਨਾਦਰ ਸ਼ਾਹ ਦੇ ਸੁਪਨਿਆਂ ਨੂੰ ਪੂਰਾ ਨਾ ਹੋਣ ਦਿੱਤਾ। ਦਿੱਲੀ ਤੋਂ ਅਜੇ ਵਾਪਸ ਜਾ ਰਿਹਾ ਸੀ, ਰਸਤੇ ਦੇ ਵਿੱਚੋਂ ਹੀ ਉਹਦੇ ਸਮਾਨ ਨੂੰ ਲੁੱਟਿਆ ਤੇ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਨੂੰ ਪੰਜਾਬ ਦੇ ਵਿੱਚੋਂ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਰਿਹਾ ਹੈ ਸਿੱਖਾਂ ਦਾ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਰਗੇ ਆਏ ਜਿਨ੍ਹਾਂ ਵੱਡਾ ਘੱਲੂਘਾਰਾ 1762 ਦੇ ਵਿੱਚ ਸਿੱਖਾਂ 'ਤੇ ਕਰਨ ਦੀ ਕੋਸ਼ਿਸ਼ ਕੀਤੀ। ਆਖਿਆ ਇੱਕ ਖੱਤਰੀ ਨੇ ਇਸ ਧਰਮ ਨੂੰ ਪੈਦਾ ਕੀਤਾ ਸੀ, ਹੁਣ ਮੈਂ ਇਸ ਧਰਮ ਨੂੰ ਖਤਮ ਕਰ ਦਿਆਂਗਾ। ਪਰ ਉਹਨਾਂ ਨੂੰ ਵੀ ਇੱਥੋਂ ਪੰਜਾਬ ਦੀ ਧਰਤੀ ਤੋਂ ਬਹੁਤ ਛੇਤੀ ਭੱਜਣ ਵਾਸਤੇ ਸਿੱਖਾਂ ਨੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਰਿਹਾ ਹੈ। ਸੋ ਖੈਰ ਮੈਂ ਇਸ ਵਿਸ਼ੇ ਦੇ ਵਿੱਚ ਨਹੀਂ ਜਾਵਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਬੜਾ ਵੱਡਾ ਇਨਕਲਾਬ ਸੀ। ਜਾਤਾਂ ਪਾਤਾਂ ਦੇ ਭੇਦਭਾਵ ਨੂੰ ਮਿਟਾਇਆ। ਜਿਹੜੇ ਲੋਕ ਇੱਕ ਦੂਜੇ ਤੋਂ ਛੂਆ ਛਾਤ ਕਰਕੇ ਨਫ਼ਰਤ ਕਰਦੇ ਸਨ, ਉਸ ਨਫ਼ਰਤ ਨੂੰ ਗੁਰੂ ਸਾਹਿਬ ਨੇ ਲੋਕਾਂ ਦੇ ਵਿੱਚੋਂ ਮੁਕਾਉਣ ਦੀ ਕੋਸ਼ਿਸ਼ ਕੀਤੀ। ਆਖਿਆ ਅੱਜ ਤੋਂ ਬਾਅਦ ਸਾਰੇ ਸਿੱਖ ਇੱਕ ਥਾਂ 'ਤੇ ਇਕੱਠੇ ਹੋ ਕੇ ਬੈਠਣਗੇ। ਭਾਵੇਂ ਕਿ ਇਹ ਸਿਧਾਂਤ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੜਾ ਲੰਮਾ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ, ਪਰ ਇਹਨੂੰ ਅਮਲੀ ਜਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਣ ਕੇ ਪਹਿਨਾਇਆ ਸੀ। ਜਦੋਂ ਖਾਲਸੇ ਨੂੰ ਆਖਿਆ ਸੀ ਸਾਰਿਆਂ ਨੇ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਪੀਣਾ ਹੈ, ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਣਾ ਹੈ। ਹੁਣ ਇਹ ਗੱਲ ਉਹਨਾਂ ਸਮਿਆਂ ਦੇ ਵਿੱਚ ਸੌਖੀ ਨਹੀਂ ਸੀ, ਕਿਉਂਕਿ 22 ਧਾਰ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਸਨ, ਉਹਨਾਂ ਦੇ ਵਿੱਚ ਇੱਕਦਮ ਇਸ ਗੱਲ ਤੋਂ ਖਲਬਲੀ ਮਚ ਗਈ। ਜਿਹੜੇ ਲੋਕ ਸਾਡੇ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੇ, ਅੱਜ ਉਹ ਲੋਕ ਸਾਡੇ ਸਾਹਮਣੇ ਹੱਥ ਵਿੱਚ ਤਲਵਾਰ ਫੜ ਕੇ ਸਾਡਾ ਮੁਕਾਬਲਾ ਕਰਨਗੇ। ਇਹ ਜਿਹੜੀਆਂ ਰਾਤਾਂ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾਂ ਰਾਤਾਂ ਨੂੰ ਅਸੀਂ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਉਹਨਾਂ ਚੀਜ਼ਾਂ ਦੀ ਪਿੱਠ ਭੂਮੀ ਵਿੱਚ ਪਈਆਂ ਹੋਈਆਂ ਨੇ। ਪਹਾੜੀ ਰਾਜਿਆਂ ਨੇ ਵਿਉਂਤ ਗੁੰਦੀ ਕਲਗੀਧਰ ਪਾਤਸ਼ਾਹ ਜੀ ਨੂੰ ਖਤਮ ਕੀਤਾ ਜਾਵੇ, ਅਨੰਦਪੁਰ ਸਾਹਿਬ ਦੇ ਨਗਰ ਨੂੰ ਉਜਾੜ ਦਿੱਤਾ ਜਾਏ, ਅਨੰਦਪੁਰ ਸਾਹਿਬ ਦੇ ਨਗਰ ਨੂੰ ਤਬਾਹ ਕਰ ਦਿੱਤਾ ਜਾਏ। ਇੱਕ ਮੀਟਿੰਗ ਹੋਈ ਪਹਾੜੀ ਰਾਜਿਆਂ ਦੀ, ਜਿਹਦੇ ਵਿੱਚ ਪੰਮਾ ਪ੍ਰੋਹਤ ਇੱਕ ਪੰਡਤ ਸੀ। ਉਹਨੇ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਿਆ ਕੀਤਾ। ਆਖਿਆ ਜੇ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਿਲਾਫ ਆਵਾਜ਼ ਨਾ ਉਠਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਜ ਇਸ ਧਰਤੀ ਤੋਂ ਖਤਮ ਹੋ ਜਾਏਗਾ। ਹੁਣ ਅੰਦਾਜ਼ਾ ਲਾਓ ਕਿੱਡੇ ਅਹਿਸਾਨ ਫਰਾਮੋਸ਼ ਲੋਕ ਸਨ।
अजे कल दीयां गल्लां सन। गुरु तेग बहादुर साहब सच्चे पातशाह महाराज जी ने उन्होंने धर्म की रख्या वास्ते दिल्ली दे विच एड्डी वड्डी कुर्बानी दिती सी, पर भुल गए सारियां चीज़ां। जदों बहुत सारे पापी लोग एक थां ते इकट्ठे होंदे ने ते पाप करन वास्ते उन्हां दे विच साहस बड़ा वधदा है। सारे इकट्ठे हो गए, विਉਂਤ गुंदी आख्या गुरु गोबिंद सिंह साहब सच्चे पातशाह महाराज जी नूं खत्म किया जाए। आनंदपुर साहब का घेरा पै जाता है। ये पहला घेरा सी आनंदपुर साहब का, जिहदी मैं गल तुहाडे नाल साझी कर रहा। आनंदपुर साहब नूं घेरा पाया जाता है। पातशाह जी ने आनंदपुर साहब दे सारे शहर का नगरां का निर्माण इस तरीके नाल कीता सी कि कोई भी बाहरों हमलावर इत्थे हमला करे तो किलियां दे विच बैठी हुई फौज उन्हां हमलियां का डट के मुकाबला कर सके। आनंदपुर साहब दे विच गुरु गोबिंद सिंह साहब सच्चे पातशाह महाराज जी ने 5 किले बनाए सन, जिन्हां दे विच एक किला सी लोहगढ़ साहब का। गुरु गोबिंद सिंह साहब सच्चे पातशाह महाराज लोहगढ़ के किले विच बैठे ने, सिख उन्हां दे नाल ने, पहाड़ी राजियां दे वल्लों घेरा पाया जाता है। इतिहास दसदा 7 दिन लोहगढ़ के किले नूं घेरा पिया रहिंदा है, पर पहाड़ी फौजां की इन्नी हिम्मत नहीं सी कि किले के अंदर जाके गुरु के सिखां का मुकाबला कर सकन। इन्नी हिम्मत नहीं सी उन्हां दे विच। अखीर ते पहाड़ी राजियां ने एक दिन विਉਂਤ गुंदी आख्या किन्ना क लम्मा समा असीं घेरा पाई रखांगे किले नूं, क्यों ना हमला कर दिता जाए। एक मस्त हाथी जिहदे मत्थे ते पूरा लोहा बन्निया होया सी, जिहदा पूरा पिंडा लोहे के कवच नाल ढकिया होया सी, उहनूं नशे दे नाल गुट करके उहनूं शराब पिया के किले के दरवाजे वाले पासे तोरिया गया। आख्या जदों मस्त हाथी जाके किले दीयां कंधां दे विच टकराएगा, दरवाजे दे विच टकराएगा, टुट जाएगा तो साड़ियाँ पहाड़ी फौजां अंदर दाखिल हो जाणगियां। रात नूं ये सारी खबर गुरु के सिखां नूं पता लगी। गुरु गोबिंद सिंह साहब सच्चे पातशाह महाराज जी नूं एक सिख आण के आखदा है, कहण लगा गुरु साहब सुनिया पहाड़ी राजे विਉਂਤਾਂ गाउंद रहे ने, कल नूं उन्हां ने किले दे विच प्रवेश कर जाना है। एक मस्त हाथी तैयार कीता है जिन्हों किले के दरवाजे दे विच मारिया जाएगा, उनके टक्कर मारी जाएगी, दरवाजा टुट जाएगा, अंदर दाखिल हो जाएंगे, असीं की करना है। गुरु गोबिंद सिंह साहब सच्चे पातशाह महाराज ने आख्या कोई गल नहीं, घबराउण की लोड़ नहीं, जे उन्हां दे कोल मस्त हाथी है तो मस्त हाथी साडे कोल भी हैगा। आख्या सतगुरु कौन? कहंदे दुनी चंद साडे कोल हैगा मस्त हाथी। तो इतिहास दसदा दुनी चंद वेखण नूं बड़ा मोटा सी, शरीर का बड़ा खुला सी, ते लंगरां दे विचों भी सुख नाल वाहवा ही प्रशादा दुनी चंद छकदा सी। आख्या दुनी चंद साडे कोल हैगा, कोई गल नहीं, जे उन्हां दे कोल हाथी है तो हाथी साडे कोल भी हैगा। हुण दुनी चंद विचारा अंदरों कमज़ोर सी। जदों रात नूं ये गल सुनी सिखां दे कोलों भी दुनी चंद नूं गुरु साहब जिहड़ा वो तैयार कर रहे हैं, तो दुनी चंद अंदरों थोड़ा जिहा घाबर गया, डर गया, तो आसे पासे किले दे विच सिखां नूं आखदा, कहंदा गुरु साहब नूं की हो गया? कहंदे क्यों? कहंदा एक बंदे का मुकाबला हाथी दे नाल किदां हो सकदा है भला? एक जानवर है हाथी, उहदे विच किन्नी ताकत है, उहदे विच किन्ना जोर है, एक बंदा हाथी दे नाल मुकाबला कित्थों कर सकदा है? सारी रात मन विच डरदा रहा, कंबदा रहा अंदरों। सारी रात उहदे मन विच इहो विचार चलदे रहे, मैं मस्त हाथी नाल मुकाबला किदां करांगा। ते अखीर ते कहंदे जदों रात का अखीरला पहर बचिया सी, दुनी चंद लोहगढ़ के किले की कंध टप के ते भज गया। मजीठे का रहने वाला सी, लोहगढ़ किले की कंध टप के ते भज गया। सवेर वेले सिखां ने जाके गुरु साहब जी नूं खबर दी, आख्या महाराज दुनी चंद रात का भज गया, हुण की कीता जाए, अगला हल की है? गुरु गोबिंद सिंह साहब सच्चे पातशाह महाराज ने आख्या कोई गल नहीं, हुण कौन जाके मस्त हाथी का मुकाबला करेगा? तो इतिहास में जिक्र आउंदा भाई बचित्र सिंह। तो साध संगत तुसीं हैरान हो गए, भाई बचित्र सिंह वो सूरमा है जिन्हां दे पिता भाई मनी सिंह जी ने लाहौर दे विच बंद बंद कटवा लिया सी, पर सिख धर्म नहीं सी छड्डिया, सिक्खी नहीं सी आ रही। तो एक बेनती इत्थे मैं होर करदा जावां, क्योंकि असीं इन्हां रातां नूं अजे अपने पिंडे ते हंडाउणा है। भाई मनी सिंह जी दे 5 सपुत्र होए ने, 5, भाई बचित्र सिंह भी, भाई मदन सिंह भी, भाई अजब सिंह, भाई अजैब सिंह, 5 पुत्र भाई मनी सिंह दे होए ने।
ਤੇ 5 ਦੇ 5 ਪੁੱਤਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਨੇ, ਸਿਰਫ ਇੱਕ ਦਿਨ ਦੇ ਸਮੇਂ ਵਿੱਚ। ਇੱਕ ਪਰਿਵਾਰ ਦੇ 5 ਜੀ ਸਿਰਫ ਇੱਕ ਰਾਤ ਤੇ ਇੱਕ ਦਿਨ ਵਿੱਚ ਚਮਕੌਰ ਸਾਹਿਬ ਤੱਕ ਜਾਂਦਿਆਂ ਜਾਂਦਿਆਂ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਕਿੱਡਾ ਵੱਡਾ ਇਨਕਲਾਬ ਹੈ। ਐਵੇਂ ਨਹੀਂ ਸੀ ਸਾਡੇ ਸਿਰ ਤੇ ਅੱਜ ਦਸਤਾਰਾਂ ਸੱਜੀਆਂ, ਇਹਦੇ ਵਾਸਤੇ ਸਿੱਖਾਂ ਨੇ ਸਿੱਖੀ ਦੀਆਂ ਨੀਹਾਂ ਦੇ ਵਿੱਚ ਆਪਣਾ ਖੂਨ ਡੋਲ ਕੇ ਤੇ ਇਹਦੇ ਉੱਪਰ ਆਪਣਾ ਮਹਿਲ ਉਸਾਰਿਆ ਸੀ। ਐਵੇਂ ਨਹੀਂ ਸੀ ਇਹ ਸਰਦਾਰੀਆਂ ਅੱਜ ਸਾਡੇ ਤੱਕ ਪਹੁੰਚੀਆਂ। ਐਵੇਂ ਨਹੀਂ ਅੱਜ ਸਟੇਜਾਂ ਦੇ ਉੱਪਰ ਇਹ ਗੱਲਾਂ ਕਰਨੀਆਂ ਪੈਂਦੀਆਂ ਵੀ ਜੇ ਸਰਹੰਦ ਦੀ ਧਰਤੀ ਤੇ ਜਾਣਾ ਤੇ ਸਾਹਿਬਜ਼ਾਦਿਆਂ ਦਾ ਰੂਪ ਬਣ ਕੇ ਜਾਇਓ। ਇਸੇ ਕਰਕੇ ਗੱਲਾਂ ਕੀਤੀਆਂ ਜਾਂਦੀਆਂ ਸਨ। ਭਾਈ ਬਚਿੱਤਰ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਹੈ। ਤੇ ਭਾਈ ਬਚਿੱਤਰ ਸਿੰਘ ਆਖਿਆ ਮਹਾਰਾਜ ਮੇਰੇ ਹਿੱਸੇ ਸੇਵਾ ਲਾਓ, ਮੈਂ ਜਾ ਕੇ ਮੁਕਾਬਲਾ ਕਰਦਾ ਹਾਥੀ ਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਆਪਣੇ ਸੀਨੇ ਦੇ ਨਾਲ ਲਾਉਂਦੇ ਨੇ। ਤੇ ਸੀਨੇ ਨਾਲ ਲਾਉਣ ਤੋਂ ਬਾਅਦ ਹੱਥ ਵਿੱਚ ਇੱਕ ਨਾਗਣੀ ਫੜਾਉਂਦੇ ਨੇ। ਆਖਿਆ ਇਸ ਨਾਗਣੀ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕਰਨਾ ਹੈ। ਉਧਰੋਂ ਪਹਾੜੀ ਰਾਜੇ ਆਪਣਾ ਹਾਥੀ ਕਿਲੇ ਵੱਲ ਨੂੰ ਤੋਰਦੇ ਨੇ। ਇੱਧਰੋਂ ਭਾਈ ਬਚਿੱਤਰ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਥਾਪੜਾ ਦਿੰਦੇ ਨੇ। ਵੇਖੋ ਸਿੱਖ ਦਾ ਗੁਰੂ ਤੇ ਸਾਧ ਸੰਗਤ ਵਿਸ਼ਵਾਸ ਕਿੱਡਾ ਵੱਡਾ ਹੈ। ਕਿੰਨਾ ਵਿਸ਼ਵਾਸ ਹੈ ਸਿੱਖ ਨੂੰ ਵੀ ਜੇ ਮੈਨੂੰ ਕਲਗੀਧਰ ਪਾਤਸ਼ਾਹ ਨੇ ਅੱਜ ਥਾਪੜਾ ਦਿੱਤਾ ਹੈ ਨਾ ਤੇ ਮੈਂ ਇੱਕ ਮਸਤ ਹਾਥੀ ਦਾ ਵੀ ਮੁਕਾਬਲਾ ਕਰ ਸਕਦਾ। ਤੇ ਤੁਸੀਂ ਅੱਜ ਦੇ ਸਿੱਖ ਦੇ ਵਿਸ਼ਵਾਸ ਦਾ ਉਸ ਵਿਸ਼ਵਾਸ ਦੇ ਨਾਲ ਕੰਪੈਰੀਜ਼ਨ ਕਰਕੇ ਵੇਖੋ, ਤੁਲਨਾ ਕਰਕੇ ਵੇਖੋ ਕਿੰਨਾ ਵੱਡਾ ਅੰਤਰ ਹੈ। ਅੱਜ ਤਾਂ ਮਾੜੀ ਮੋਟੀ ਕਿਤੇ ਸਾਨੂੰ ਮੁਸੀਬਤ ਪੈ ਜਾਵੇ ਤੇ ਅਸੀਂ ਉਸੇ ਵੇਲੇ ਤਾਨੇ ਮਿਹਣੇ ਗੁੱਸੇ ਗਿਲਾ ਸ਼ਿਕਵਾ ਕਿੰਨੀ ਛੇਤੀ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਤਾਂ ਗੁਰਦੁਆਰੇ ਵੀ ਰੋਜ਼ ਜਾਂਦਾ, ਪਤਾ ਨਹੀਂ ਰੱਬ ਨੇ ਸਾਨੂੰ ਆਹ ਕੁਝ ਕਿਉਂ ਨਹੀਂ ਦਿੱਤਾ, ਪਤਾ ਨਹੀਂ ਰੱਬ ਸਾਨੂੰ ਕਿਉਂ ਨਹੀਂ ਭਾਗ ਲਾਉਂਦਾ, ਪਤਾ ਨਹੀਂ ਰੱਬ ਦਾ ਸਾਡੇ ਨਾਲ ਕੀ ਵੈਰ ਹੈ। ਅਸੀਂ ਕਿਤੇ ਨਾ ਕਿਤੇ ਆਪਣਾ ਭਰੋਸਾ ਗੁਰੂ ਤੋਂ ਥਿੜਕਾ ਬੈਠੇ। ਪਰ ਭਾਈ ਬਚਿੱਤਰ ਸਿੰਘ ਨੂੰ ਗੁਰੂ ਤੇ ਕਿੱਡਾ ਵੱਡਾ ਭਰੋਸਾ ਹੈ। ਦੁਨੀ ਚੰਦ ਨੂੰ ਨਹੀਂ ਸੀ ਭਰੋਸਾ। ਦੁਨੀ ਚੰਦ ਕਹਿੰਦਾ ਸੀ ਮੈਂ ਨਹੀਂ ਮੁਕਾਬਲਾ ਕਰ ਸਕਦਾ, ਪਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਮੁਕਾਬਲਾ ਕਰਾਂ। ਬਚਿੱਤਰ ਸਿੰਘ ਜਦੋਂ ਕਿਲੇ ਦੇ ਵਿੱਚੋਂ ਬਾਹਰ ਨਿਕਲਦਾ ਹੈ, ਹੱਥ ਵਿੱਚ ਫੜੀ ਹੋਈ ਨਾਗਣੀ ਮਸਤ ਹਾਥੀ ਦੇ ਮੱਥੇ ਵਿੱਚ ਇਹੋ ਜਿਹੀ ਮਾਰੀ ਜਾਂਦੀ ਹੈ, ਉਹਦੇ ਮੱਥੇ ਤੇ ਬੰਨੇ ਹੋਏ ਤਵਿਆਂ ਨੂੰ ਚੀਰਦੀ ਹੋਈ ਉਹਦੇ ਸਿਰ ਵਿੱਚ ਧੱਸਦੀ ਹੈ। ਤੇ ਦਰਦ ਦਾ ਮਾਰਿਆ ਪੀੜ ਦਾ ਮਾਰਿਆ ਹਾਥੀ ਜਦੋਂ ਪਿਛਾਂਹ ਨੂੰ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਲਤਾੜਦਾ ਹੋਇਆ ਪਿੱਛੇ ਨੂੰ ਭੱਜ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਵੀ ਭੱਜਣ ਵਾਸਤੇ ਮਜਬੂਰ ਕਰ ਦਿੰਦਾ। ਇਹ ਸੀ ਗੁਰੂ ਦੇ ਸਿੱਖ ਦਾ ਗੁਰੂ ਤੇ ਵਿਸ਼ਵਾਸ। ਤੇ ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਸਾਧ ਸੰਗਤ ਵਾਪਸ ਆਉਂਦਾ ਹੈ ਨਾ, ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਵਾਪਸ ਆਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਲੰਘ ਤੇ ਬੈਠੇ ਹੋਏ ਨੇ ਤੇ ਮੁਸਕਰਾਉਂਦੇ ਨੇ। ਆਖਿਆ ਬਚਿੱਤਰ ਸਿਆ ਭਜਾ ਆ ਹਾਥੀ। ਤੇ ਬਚਿੱਤਰ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ। ਆਖਿਆ ਮਹਾਰਾਜ ਹਾਥੀ ਭਜਾਉਣ ਵਾਸਤੇ ਕਿਹਾ ਸੀ, ਭਜਾ ਆ। ਜੇ ਕਿਤੇ ਤੁਸੀਂ ਕਿਹਾ ਹੁੰਦਾ ਵੀ ਹਾਥੀ ਨੇਜੇ ਤੇ ਟਾਂਕੇ ਲੈ ਕੇ ਆਉਣਾ ਤੇ ਨੇਜੇ ਤੇ ਟਾਂਕੇ ਮੈਂ ਤੁਹਾਡੇ ਚਰਨਾਂ ਵਿੱਚ ਆਣ ਕੇ ਲੈ ਆਉਣਾ ਸੀ। ਇੰਨਾ ਵਿਸ਼ਵਾਸ ਹੈ ਭਾਈ ਬਚਿੱਤਰ ਸਿੰਘ ਨੂੰ, ਇੰਨਾ ਭਰੋਸਾ ਹੈ ਗੁਰੂ ਤੇ। ਆਖਿਆ ਗੁਰੂ ਕਿਹਾ ਸੀ ਵੀ ਹਾਥੀ ਭਜਾਉਣਾ ਹੈ, ਭਜਾ ਆ। ਜੇ ਕਿਤੇ ਇਹ ਕਿਹਾ ਹੁੰਦਾ ਵੀ ਨੇਜੇ ਤੇ ਟਾਂਕੇ ਲੈ ਕੇ ਆਉਣਾ ਤੇ ਤੁਹਾਡੇ ਚਰਨਾਂ ਵਿੱਚ ਲਿਆਣ ਕੇ ਧਰ ਦੇਣਾ ਸੀ। ਇੰਨੇ ਵੱਡੇ ਸਿਰਲੱਥ ਯੋਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਅੱਜ ਜਿਸ ਰਾਤ ਨੂੰ ਅਸੀਂ ਮੁਖਾਤਬ ਹੋ ਕੇ ਬੈਠੇ ਹਾਂ, ਮੈਂ ਹੁਣ ਉਸ ਦੌਰ ਵਾਲੇ ਪਾਸੇ ਆਉਣਾ ਚਾਹਾਂਗਾ। 7 ਮਹੀਨੇ ਦਾ ਘੇਰਾ ਅਨੰਦਪੁਰ ਸਾਹਿਬ ਨੂੰ ਪਾਇਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਮਈ ਦੇ ਵਿੱਚ ਪਹਾੜੀ ਰਾਜਿਆਂ ਦੇ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ। ਤੇ ਪਹਾੜੀ ਰਾਜੇ ਕੌਣ ਸਨ? ਜਦੋਂ ਅਸੀਂ ਇਹਨਾਂ ਦਾ ਥੋੜ੍ਹਾ ਜਿਹਾ ਪਿਛੋਕੜ ਪੜ੍ਹਾਂਗੇ ਵੇਖਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਸਤਿਗੁਰੂ ਜੀ ਨੂੰ ਬੰਦੀ ਛੋੜ ਕਰਕੇ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਜਿਹੜੇ ਉੱਥੇ ਰਾਜੇ ਸਨ ਉਹਨਾਂ ਨੂੰ ਰਿਹਾ ਕਰਵਾਇਆ ਸੀ। ਉਹਨਾਂ 52 ਰਾਜਿਆਂ ਦੇ ਵਿੱਚੋਂ 12 ਰਾਜੇ ਉਹ ਸਨ ਜਿਹੜੇ ਇਹਨਾਂ ਪਹਾੜੀ ਰਿਆਸਤਾਂ ਦੇ ਵਿੱਚ ਰਾਜ ਕਰਦੇ ਸਨ। ਜਿਹੜੇ ਅਸੀਂ ਭੀਮ ਚੰਦ ਦਾ ਅਜਮੇਰ ਚੰਦ ਦਾ ਜ਼ਿਕਰ ਪੜ੍ਹਦੇ ਹਾਂ, ਜਿਹੜਾ ਕਹਿਲੂਰ ਰਿਆਸਤ ਦਾ ਰਾਜਾ ਸੀ, ਇਹਨਾਂ ਦਾ ਵੱਡਾ ਵਡੇਰਾ ਹੋਇਆ ਸੀ ਤਾਰਾ ਚੰਦ। ਉਸ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੀ ਉਸ ਕੈਦ ਵਿੱਚੋਂ ਆਜ਼ਾਦ ਕਰਵਾਉਂਦੇ ਨੇ। ਇਹ ਸੀ ਅਹਿਸਾਨ ਸਿੱਖਾਂ ਦਾ। ਪਰ ਅਹਿਸਾਨ ਫਰਾਮੋਸ਼ ਹੋ ਬੈਠੇ। ਸਾਰਿਆਂ ਨੇ ਵਿਉਂਤ ਗੁੰਦੀ। ਆਖਿਆ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਏ, ਗੁਰੂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ।
ਗੁਰੂ ਸਾਹਿਬ ਆਪਣੀ ਤਾਕਤ ਵਧਾਉਂਦੇ ਜਾ ਰਹੇ ਨੇ, ਤੇ ਜੇ ਗੁਰੂ ਸਾਹਿਬ ਦੀ ਤਾਕਤ ਵਧਦੀ ਗਈ ਤੇ ਸਾਡਾ ਰਾਜ ਪੈਰਾਂ ਸਿਰ ਨਹੀਂ ਰਹੇਗਾ, ਸਾਡੇ ਪੈਰ ਇਸ ਜ਼ਮੀਨ ਤੋਂ ਉਖੜ ਜਾਣਗੇ। ਇੱਕ ਮੈਂ ਇੱਥੇ ਥੋੜ੍ਹੀ ਜਿਹੀ ਬੇਨਤੀ ਹੋਰ ਕਰਨੀ ਚਾਹਾਂਗਾ। ਸਿੱਖ ਪੰਥ ਦੇ ਇੱਕ ਬੜੇ ਦਾਨੇ ਤੇ ਬੜੇ ਸੁਲਝੇ ਹੋਏ ਢਾਡੀ ਹੋਏ ਨੇ ਗਿਆਨੀ ਸੋਹਣ ਸਿੰਘ ਸੀਤਲ। ਉਹਨਾਂ ਦੀ ਕਿਤਾਬ ਹੈ ਮਨੁੱਖਤਾ ਦੇ ਗੁਰੂ। ਬੜੀ ਕਮਾਲ ਦੀ ਗੱਲ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਾਰੇ ਲਿਖੀ ਹੈ। ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਜੰਗ ਭੰਗਾਣੀ ਦੀ ਪਹਾੜੀ ਰਾਜਿਆਂ ਨਾਲ ਹੁੰਦੀ ਹੈ, ਤੇ ਦੂਜੀ ਜੰਗ ਵਿੱਚ ਸਤਿਗੁਰੂ ਜੀ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਤੇ ਲਾਹੌਰ ਦਰਬਾਰ ਨੂੰ ਟੱਕਰ ਦਿੰਦੇ ਨੇ। ਹੁਣ ਬੜੀ ਹੈਰਾਨੀ ਦੀ ਗੱਲ ਹੈ ਵੀ ਪਹਿਲੀ ਜੰਗ ਪਹਾੜੀ ਰਾਜਿਆਂ ਦੇ ਵਿਰੋਧ ਵਿੱਚ ਤੇ ਦੂਜੀ ਉਹਨਾਂ ਦੇ ਹੱਕ ਵਿੱਚ ਲੜ ਕੇ, ਵੀ ਇਹ ਕਿੱਦਾਂ ਦੀ ਗੱਲ ਹੋਈ। ਫਿਰ ਉਹਨਾਂ ਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿੰਦੇ ਦੂਜੀ ਜੰਗ ਦੇ ਵਿੱਚ ਪਹਾੜੀ ਰਾਜੇ ਨਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ ਤੇ ਆਣ ਕੇ ਕਹਿਣ ਲੱਗੇ, ਸਤਿਗੁਰੂ ਜੀ, ਲਾਹੌਰ ਦਾ ਸੂਬੇਦਾਰ ਦਿਲਾਵਰ ਖਾਨ ਸਾਨੂੰ ਕਹਿੰਦਾ ਹੈ ਵੀ ਮਾਲੀਆ ਤਾਰਿਆ ਜਾਵੇ, ਤੇ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਵੀ ਅਸੀਂ ਮਾਲੀਆ ਲਾਹੌਰ ਦਰਬਾਰ ਨੂੰ ਦੇ ਸਕੀਏ। ਸਾਡੇ ਕੋਲ ਇੰਨੀ ਸਮਰੱਥਾ ਨਹੀਂ ਅਸੀਂ ਲਾਹੌਰ ਦਰਬਾਰ ਨੂੰ ਮਾਲੀਆ ਤਾਰ ਸਕੀਏ, ਤੁਸੀਂ ਸਾਡੀ ਸਹਾਇਤਾ ਕਰੋ। ਦਿਲਾਵਰ ਖਾਨ ਫੌਜ ਲੈ ਕੇ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਨੁੱਖਤਾ ਦੇ ਗੁਰੂ ਸਨ। ਉਹ ਇਸ ਗੱਲ ਨੂੰ ਜਾਣਦੇ ਸਨ ਵੀ ਜੇ ਪਹਾੜੀ ਰਾਜੇ ਮਾਲੀਏ ਨੂੰ ਇਕੱਠੇ ਕਰਨਗੇ ਤੇ ਉਹਦਾ ਬੋਝ ਆਮ ਲੋਕਾਂ 'ਤੇ ਪਏਗਾ, ਆਮ ਜਨਤਾ ਪਰੇਸ਼ਾਨ ਹੋਏਗੀ, ਆਮ ਜਨਤਾ ਨੂੰ ਤੰਗ ਕੀਤਾ ਜਾਏਗਾ। ਆਮ ਜਨਤਾ ਦੇ ਹੱਕ ਵਿੱਚ ਖੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਪਹਾੜੀ ਰਾਜਿਆਂ ਦੀ ਮਦਦ ਕਰਦੇ ਨੇ, ਤੇ ਲਾਹੌਰ ਦਾ ਦਿਲਾਵਰ ਖਾਨ ਜਿਹੜਾ ਫੌਜਾਂ ਲੈ ਕੇ ਪਹਾੜੀ ਰਾਜਿਆਂ 'ਤੇ ਚੜ੍ਹ ਕੇ ਆਉਂਦਾ, ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਇਹ ਮਿਸਾਲ ਸੋਹਣ ਸਿੰਘ ਸੀਤਲ ਜੀ ਨੇ ਆਪਣੀ ਕਿਤਾਬ ਵਿੱਚ ਦਿੱਤੀ ਹੈ ਵੀ ਇਸੇ ਕਰਕੇ ਉਹਨਾਂ ਨੂੰ ਮਨੁੱਖਤਾ ਦੇ ਗੁਰੂ ਕਿਹਾ ਜਾਂਦਾ। ਗੁਰੂ ਸਾਹਿਬ ਦਾ ਕਿਸੇ ਇੱਕ ਧਰਮ ਦੇ ਨਾਲ ਵੈਰ ਨਹੀਂ ਹੈ, ਕਿਸੇ ਇੱਕ ਕੌਮ ਦੇ ਨਾਲ ਵੈਰ ਨਹੀਂ ਹੈ। ਮਤਾ ਇਹ ਸਮਝ ਲਿਓ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਟੱਕਰ ਲੈਣ ਵਾਲੇ ਸਾਰੇ ਦੇ ਸਾਰੇ ਮੁਸਲਮਾਨ ਨੇ ਤੇ ਇਸਲਾਮ ਦਾ ਸਿੱਖ ਧਰਮ ਵਿਰੋਧੀ ਹੈ। ਅੱਜ ਬੜੀਆਂ ਸਾਜ਼ਿਸ਼ਾਂ ਇੱਦਾਂ ਦੀਆਂ ਕੀਤੀਆਂ ਜਾ ਰਹੀਆਂ ਨੇ, ਅੱਜ ਬੜੀਆਂ ਐਸੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਨੇ। ਸਿੱਖੀ ਕਿਸੇ ਇੱਕ ਧਰਮ ਦੀ ਕਦੀ ਵਿਰੋਧੀ ਨਹੀਂ ਰਹੀ, ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ। ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਨਿਹੰਗ ਖਾਨ ਨੂੰ ਕਿੱਥੇ ਰੱਖੋਗੇ ਤੁਸੀਂ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਪੀਰ ਬੁੱਧੂ ਸ਼ਾਹ ਜੀ ਹੋਣੀ ਕਿੱਥੇ ਜਾਣਗੇ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਗਨੀ ਖਾਨ ਤੇ ਭਾਈ ਨਬੀ ਖਾਨ ਨੂੰ ਅਸੀਂ ਕਿੱਥੋਂ ਰੱਖਾਂਗੇ? ਮੈਂ ਇੱਕ ਦਿਨ ਥੋੜ੍ਹੇ ਦਿਨ ਪਹਿਲਾਂ ਇੱਕ ਪ੍ਰਚਾਰਕ ਦੀ ਵੀਡੀਓ ਸੁਣ ਰਿਹਾ ਸੀ ਤੇ ਉਹਨੇ ਆਪਣੀ ਵੀਡੀਓ ਦੇ ਵਿੱਚ ਬੋਲ ਕਹਿੰਦਾ ਆਪਣੀ ਬਾਂਹ ਨੂੰ ਤੁਸੀਂ ਤੇਲ ਲਾਓ ਤੇ ਉਹਨੂੰ ਤਿਲਾਂ ਦੇ ਵਿੱਚ ਪਾ ਦਿਓ, ਜਿੰਨੇ ਤਿਲ ਤੁਹਾਡੀ ਬਾਂਹ ਨੂੰ ਲੱਗ ਜਾਣ, ਜੇ ਇੱਕ ਮੁਸਲਮਾਨ ਇੰਨੀਆਂ ਕਸਮਾਂ ਵੀ ਖਾ ਲਵੇ ਤੇ ਤਾਂ ਵੀ ਉਸ ਬੰਦੇ ਤੇ ਵਿਸ਼ਵਾਸ ਨਾ ਕਰਿਓ। ਪਰ ਮੈਂ ਇੱਥੇ ਇੱਕ ਬੇਨਤੀ ਨੂੰ ਸਾਂਝੀ ਕਰਨੀ ਚਾਹਾਂਗਾ, ਸਿੱਖੀ ਕਿਸੇ ਧਰਮ ਦੀ ਵਿਰੋਧੀ ਨਹੀਂ। ਸਿੱਖੀ ਦੇ ਵਿੱਚ ਸਿਰਫ ਜ਼ੁਲਮ ਦਾ ਵਿਰੋਧ ਕੀਤਾ ਗਿਆ ਹੈ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਸਿੱਖ ਹੋਵੇ। ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਨਹੀਂ, ਕਿਸੇ ਇੱਕ ਧਰਮ ਦੇ ਨਾਲ ਸਾਡਾ ਕੋਈ ਝਗੜਾ ਨਹੀਂ ਸੀ। ਜੇ ਸਾਡਾ ਮੁਸਲਮਾਨਾਂ ਨਾਲ ਝਗੜਾ ਹੁੰਦਾ ਤੇ ਭਾਈ ਗਨੀ ਖਾਨ ਤੇ ਭਾਈ ਨਬੀ ਖਾਨ ਨੂੰ ਸਿੱਖ ਪੰਥ ਕਿਉਂ ਸਤਿਕਾਰਦਾ? ਜੇ ਕਿਸੇ ਇੱਕ ਮਜ਼ਹਬ ਦੇ ਨਾਲ ਰੌਲਾ ਹੁੰਦਾ ਤੇ ਭਾਈ ਮੋਤੀ ਰਾਮ ਮਹਿਰੇ ਨੂੰ ਅਸੀਂ ਅੱਜ ਤੱਕ ਯਾਦ ਕਿਉਂ ਕਰਦੇ? ਜੇ ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਹੁੰਦਾ ਤੇ ਸਾਈਂ ਮੀਆਂ ਮੀਰ ਜੀ ਨੂੰ ਸਿੱਖ ਸਤਿਕਾਰ ਦੇ ਨਾਲ ਕਿਉਂ ਬੁਲਾਉਂਦੇ? ਉਹ ਵੱਖਰੀ ਗੱਲ ਹੈ ਵੀ ਸਾਨੂੰ ਇੱਕ ਧਰਮ ਦੇ ਨਾਲ ਜੋੜ ਕੇ ਤੇ ਇੱਕ ਧਰਮ ਦਾ ਵਿਰੋਧ ਕਰਕੇ ਵਿਖਾਇਆ ਜਾ ਰਿਹਾ ਜਿਵੇਂ ਸਿੱਖੀ ਇਸਲਾਮ ਦੀ ਕੱਟੜ ਵਿਰੋਧੀ ਹੋਵੇ। ਇੱਥੇ ਸੁੱਚਾਨੰਦ ਵਰਗੇ ਵੀ ਦੋਸ਼ੀ ਨੇ, ਇੱਥੇ ਗੰਗੂ ਵਰਗੇ ਵੀ ਦੋਸ਼ੀ ਨੇ, ਭਾਵੇਂ ਉਹ ਕਿਸੇ ਧਰਮ ਦੇ ਨਾਲ ਵੀ ਸੰਬੰਧ ਰੱਖਦੇ ਹੋਣ, ਭਾਵੇਂ ਉਹਨਾਂ ਦਾ ਧਰਮ ਕੋਈ ਹੋਵੇ, ਉਹਨਾਂ ਦੀ ਜਾਤ ਕੋਈ ਹੋਵੇ। ਤੇ ਸਿੱਖੀ ਦੇ ਵਿੱਚ ਸਿਰ ਤੇ ਪੱਗ ਬੰਨ੍ਹਣ ਵਾਲੇ ਜਿਨ੍ਹਾਂ ਨੇ ਜੂਨ 1984 ਤੋਂ ਬਾਅਦ ਸਿੱਖਾਂ ਦੇ ਘਾਣ ਕੀਤਾ, ਸਿੱਖਾਂ ਦੇ ਉਹ ਵੀ ਜ਼ਾਲਮ ਨੇ, ਕਾਤਲ ਨੇ। ਸਿੱਖ ਪੰਥ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਤੁਸੀਂ ਵੇਖ ਲਓ, ਪੰਜਾਬ ਦਾ ਮੁੱਖ ਮੰਤਰੀ ਸੀ ਜਿਹਨੇ ਸਿੱਖਾਂ ਦੇ ਉੱਪਰ ਇੱਕ ਬੜਾ ਲੰਮਾ ਸਮਾਂ ਤਸ਼ੱਦਦ ਕੀਤਾ। ਨੌਜਵਾਨ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ ਗਿਆ। ਸਾਡੇ ਵਾਸਤੇ ਤਾਂ ਉਹ ਵੀ ਦੋਸ਼ੀ ਨੇ। ਸਿੱਖੀ ਕਿਸੇ ਇੱਕ ਧਰਮ ਦੀ, ਇੱਕ ਮਜ਼ਹਬ ਦੀ, ਇੱਕ ਫਿਰਕੇ ਦੀ ਕਦੀ ਵਿਰੋਧੀ ਨਹੀਂ। ਸਿੱਖੀ ਨੇ ਹਮੇਸ਼ਾ ਆਵਾਜ਼ ਉਠਾਈ ਹੈ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਜਾਂਦਾ ਹੈ ਮਈ 1704 ਦੇ ਵਿੱਚ। ਉਸ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਜਿੰਨੇ ਵੀ ਨਗਰ ਦੇ ਬਾਕੀ ਰਹਿਣ ਵਾਲੇ ਲੋਕ ਸਨ, ਸਾਰਿਆਂ ਨੂੰ
ਇਹ ਬੇਨਤੀ ਕੀਤੀ, ਆਖਿਆ ਤੁਸੀਂ ਨਗਰ ਛੱਡ ਕੇ ਚਲੇ ਜਾਓ, ਹੁਣ ਬੜਾ ਔਖਾ ਤੇ ਬੜਾ ਵਿਖਮ ਸਮਾਂ ਅੱਜ ਸਾਡੇ ਤੇ ਆਉਣ ਵਾਲਾ ਹੈ। 1 ਮਹੀਨਾ 2 ਮਹੀਨੇ 7 ਮਹੀਨੇ ਲਗਾਤਾਰ ਲੰਘ ਜਾਂਦੇ ਨੇ। ਇੱਕ ਦਿਨ ਆਉਂਦਾ ਹੈ, ਪਹਾੜੀ ਰਾਜਿਆਂ ਦੇ ਵੱਲੋਂ ਕਸਮਾਂ ਖਾਧੀਆਂ ਜਾਂਦੀਆਂ ਨੇ। ਆਖਿਆ ਜਾਂਦਾ ਹੈ, ਸਤਿਗੁਰੂ ਤੁਸੀਂ ਇੱਕ ਵਾਰ ਕਿਲ੍ਹੇ ਨੂੰ ਛੱਡ ਕੇ ਚਲੇ ਜਾਓ, ਸਾਡੀ ਰਹਿ ਆ ਜਾਊਗੀ, ਅਸੀਂ ਦੁਨੀਆ ਦੇ ਵਿੱਚ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਹੋ ਜਾਵਾਂਗੇ ਵੀ ਅਸੀਂ ਵੀ ਕੁਝ ਕੀਤਾ ਹੈ। ਜੇ ਅਸੀਂ ਇਤਨਾ ਉੱਠ ਕੇ ਚਲੇ ਗਏ ਤੇ ਲੋਕਾਂ ਕਹਿਣਾ 7 ਮਹੀਨੇ ਬੈਠ ਕੇ ਤੁਸੀਂ ਗੁਰੂ ਦਾ ਕੁਝ ਨਹੀਂ ਵਿਗਾੜ ਸਕੇ। 7 ਮਹੀਨੇ ਇੱਥੇ ਬੈਠ ਕੇ ਤੁਸੀਂ ਗੁਰੂ ਨੂੰ ਪਰੇਸ਼ਾਨ ਨਹੀਂ ਕਰ ਸਕੇ। ਇੱਕ ਵਾਰੀ ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ, ਇੱਕ ਵਾਰੀ ਤੁਸੀਂ ਕਿਲ੍ਹਾ ਖਾਲੀ, ਬਾਅਦ ਵਿੱਚ ਭਾਵੇਂ ਫੇਰ ਆਣ ਕੇ ਅਨੰਦਪੁਰ ਸਾਹਿਬ ਵਸ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਆਣ ਕੇ ਸਾਰੀ ਵਿਥਿਆ ਦੱਸਦੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਚਿਹਰੇ ਤੋਂ ਮੁਸਕਰਾਉਂਦੇ ਹੋਏ ਆਖਦੇ ਨੇ, ਕਹਿਣ ਲੱਗੇ ਤੁਸੀਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ, ਇਹ ਭਰੋਸੇਯੋਗ ਨੇ। ਤੇ ਸਿੱਖਾਂ ਨੇ ਕਿਹਾ, ਮਹਾਰਾਜ ਪਹਾੜੀ ਰਾਜੇ ਗਊ ਦੀਆਂ ਕਸਮਾਂ ਖਾ ਰਹੇ ਨੇ ਤੇ ਇਸਲਾਮ ਵਾਲੇ ਕੁਰਾਨ ਦੀਆਂ ਕਸਮਾਂ ਖਾ ਖਾ ਕੇ ਕੁਰਾਨ ਉਹਨਾਂ ਨੇ ਸਾਡੇ ਹੱਥ ਵਿੱਚ ਭੇਜੀ ਹੈ ਤੇ ਆਖਦੇ ਨੇ ਕਿਲ੍ਹਾ ਖਾਲੀ ਕਰ ਦਿਓ। ਪਾਤਸ਼ਾਹ ਜੀ ਕਹਿੰਦੇ ਧੋਖਾ ਕਰ ਰਹੇ ਨੇ। ਸਿੱਖ ਕਹਿੰਦੇ ਪਾਤਸ਼ਾਹ ਜੀ ਤੁਹਾਨੂੰ ਕਿੱਦਾਂ ਪਤਾ ਹੈ? ਸਤਿਗੁਰੂ ਕਹਿੰਦੇ ਹੁਣੇ ਅਜਮਾ ਕੇ ਵੇਖ ਲੈਂਦੇ ਹਾਂ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕੁਝ ਗੱਡੇ ਤਿਆਰ ਕੀਤੇ, ਕੁਝ ਖਚਰਾਂ ਤਿਆਰ ਕੀਤੀਆਂ ਤੇ ਉਹਨਾਂ ਤੇ ਟੁੱਟਾ ਭੱਜਿਆ ਜਿਹੜਾ ਅਨੰਦਪੁਰ ਦੇ ਵਿੱਚ ਬਾਕੀ ਦਾ ਸਮਾਨ ਸੀ ਉਹ ਲੱਦਿਆ। 5-7 ਗੱਡੇ ਤਿਆਰ ਕਰਕੇ, ਖਚਰਾਂ ਤਿਆਰ ਕਰਕੇ ਉਹਨਾਂ ਦੇ ਉੱਪਰ ਕੱਪੜਾ ਪਾ ਕੇ, ਜਿਵੇਂ ਇੱਕ ਪੂਰੀ ਵਹੀਰ ਕਿਲੇ ਤੋਂ ਬਾਹਰ ਜਾ ਰਹੀ ਹੈ, ਇਸ ਸ਼ਕਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਿਲੇ ਤੋਂ ਬਾਹਰ ਭੇਜਿਆ ਗਿਆ। ਪਹਾੜੀ ਰਾਜਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਲ੍ਹਾ ਛੱਡ ਕੇ ਆ ਰਹੇ ਨੇ ਤੇ ਇੱਕਦਮ ਟੁੱਟ ਕੇ ਉਹਨਾਂ ਗੱਡਿਆਂ ਦੇ ਉੱਪਰ ਉਹਨਾਂ ਨੇ ਹਮਲਾ ਕਰ ਦਿੱਤਾ। ਜਿਹੜੇ ਸਿੱਖ ਉਹਨਾਂ ਗੱਡਿਆਂ ਦੇ ਨਾਲ ਗਏ ਸਨ ਉਹ ਫਿਰ ਅਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲ੍ਹੇ ਵਿੱਚ ਵੜ ਜਾਂਦੇ ਨੇ। ਤੇ ਜਦੋਂ ਪਹਾੜੀ ਰਾਜਿਆਂ ਨੂੰ ਪਤਾ ਲੱਗਦਾ ਵੀ ਇਹਨਾਂ ਗੱਡਿਆਂ ਦੇ ਵਿੱਚ ਤਾਂ ਟੁੱਟਾ ਭੱਜਾ ਸਮਾਨ ਸੀ, ਉਹਨਾਂ ਨੂੰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਉਹ ਫਿਰ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹਾਰ ਜਾਂਦੇ ਨੇ। ਉਸ ਤੋਂ ਬਾਅਦ ਸਮਾਂ ਹੋਰ ਲੰਘਦਾ ਹੈ। ਅਖੀਰ ਤੇ ਸਿੱਖਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਕਿਲ੍ਹਾ ਛੱਡ ਦਿੱਤਾ ਜਾਏ, ਕਿਉਂਕਿ ਸਾਡੇ ਕੋਲ ਖਾਣ ਵਾਸਤੇ ਕੋਈ ਬਹੁਤਾ ਸਮਾਨ ਨਹੀਂ ਬਚਿਆ, ਤਨ 'ਤੇ ਪਾਉਣ ਵਾਸਤੇ ਕੱਪੜੇ ਵੀ ਨਹੀਂ, ਉੱਪਰੋਂ ਸਰਦੀ ਵੀ ਲੋਹੜੇ ਦੀ ਹੈ, ਉੱਪਰੋਂ ਸਰਦੀ ਨੇ ਪੂਰਾ ਆਪਣਾ ਕਹਿਰ ਢਾਇਆ ਹੋਇਆ ਹੈ, ਸਾਨੂੰ ਹੁਣ ਇਹ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਪਹਾੜੀ ਰਾਜੇ ਵੀ ਕਹਿੰਦੇ ਨੇ ਇੱਕ ਵਾਰ ਕਿਲ੍ਹਾ ਖਾਲੀ ਕਰ ਦਿਓ, ਸਾਡੀ ਰਹਿ ਆ ਜਾਊਗੀ, ਅਸੀਂ ਲੋਕਾਂ ਦੇ ਵਿੱਚ ਮੂੰਹ ਵਿਖਾਉਣ ਜੋਗੇ ਹੋ ਜਾਵਾਂਗੇ। ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦੀ ਜਿਹੜੀ ਰਾਤ ਅਸੀਂ ਮੁਖਾਤਬ ਹੋ ਕੇ ਸਾਰੇ ਬੈਠੇ ਹਾਂ, ਅੱਜ ਦੀ ਰਾਤ ਕਲਗੀਧਰ ਪਾਤਸ਼ਾਹ ਜੀ ਨੇ ਉਸ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਨ ਬਾਰੇ ਆਪਣੇ ਸਿੱਖਾਂ ਦੇ ਨਾਲ ਵਿਚਾਰ ਕੀਤੀ। ਤੇ ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਦੀਆਂ ਉਹਨਾਂ ਗਲੀਆਂ ਦੇ ਵਿੱਚ ਅੱਜ ਦੀ ਰਾਤ ਚੱਕਰ ਲਾਉਂਦੇ ਨੇ ਤੇ ਆਲੇ ਦੁਆਲੇ ਬੜੇ ਗੌਰ ਦੇ ਨਾਲ ਤੱਕ ਰਹੇ ਨੇ। ਜਿਹੜਾ ਅਨੰਦਪੁਰ ਸ਼ਹਿਰ ਕਲਗੀਧਰ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਰੀਝ ਨਾਲ ਵਸਾਇਆ ਸੀ, ਜਿੱਥੇ ਰੌਣਕਾਂ ਲੱਗਦੀਆਂ ਸਨ, ਜਿੱਥੇ ਮਹੱਲੇ ਨਿਕਲਦੇ ਸਨ, ਜਿੱਥੇ ਅਨੰਦਪੁਰ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਬੱਚੇ ਖੇਡਦੇ ਸਨ, ਅੱਜ ਉਹ ਅਨੰਦਪੁਰ ਸ਼ਹਿਰ ਸਾਰਾ ਖਾਲੀ ਪਿਆ ਹੈ। ਅਨੰਦਪੁਰ ਦੀਆਂ ਕੰਧਾਂ ਵੀ ਰੋ ਰਹੀਆਂ ਨੇ ਵੀ ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਦਾ ਵਾਸਤੇ ਅਨੰਦਪੁਰ ਨੂੰ ਛੱਡ ਕੇ ਚਲੇ ਜਾਣਾ। ਸਾਰਾ ਸ਼ਹਿਰ ਖਾਲੀ ਪਿਆ ਹੈ, ਸਿੱਖ ਉਹਨਾਂ ਦੇ ਨਾਲ ਨੇ। ਬੜਾ ਔਖਾ ਸਮਾਂ ਹੈ, ਬੜਾ ਬਿਖਮ ਸਮਾਂ ਹੈ। ਅਨੰਦਪੁਰ ਸਾਹਿਬ ਜਦੋਂ ਤੁਸੀਂ ਜਾਓ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਿਆ ਸੀਸਗੰਜ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਭਾਈ ਜੈਤਾ ਜੀ ਦਿੱਲੀ ਤੋਂ ਸੀਸ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸਨ। ਕਲਗੀਆਂ ਵਾਲੇ ਪਾਤਸ਼ਾਹ ਉਸ ਸਥਾਨ ਤੇ ਜਾਂਦੇ ਨੇ, ਆਪਣੇ ਪਿਤਾ ਦੇ ਅੱਗੇ ਨਮਸਕਾਰ ਕੀਤੀ ਜਾਂਦੀ ਹੈ, ਅਰਜ਼ੋਈ ਕੀਤੀ ਜਾਂਦੀ ਹੈ। ਉਸ ਸਥਾਨ ਤੇ ਜਾ ਕੇ ਮਹਾਰਾਜ ਅਰਦਾਸ ਕਰਦੇ ਨੇ, ਅੱਜ ਤੋਂ ਬਾਅਦ ਮੈਂ ਅਨੰਦਪੁਰ ਸ਼ਹਿਰ ਨੂੰ ਛੱਡ ਕੇ ਸਦਾ ਵਾਸਤੇ ਤੁਰ ਜਾਣਾ ਹੈ। ਅੱਜ ਦੀ ਰਾਤ ਉਹ ਰਾਤ ਸੀ ਜਿਸ ਦਿਨ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਕਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਸ ਪਰਤ ਕੇ ਨਹੀਂ ਆਏ। ਅੱਜ ਅਸੀਂ ਉਸ ਰਾਤ ਨੂੰ ਮੁਖਾਤਬ ਹੋ ਕੇ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਹੋਕਾ ਮਾਰਦੇ ਨੇ, ਆਖਿਆ
ਸਾਡੇ ਜਾਣ ਤੋਂ ਬਾਅਦ ਜਿਹੜਾ ਮੇਰੇ ਗੁਰੂ ਪਿਤਾ ਦਾ ਅਸਥਾਨ ਹੈ ਸੀਸਗੰਜ, ਇਹਦੀ ਸੇਵਾ ਸੰਭਾਲ ਅੱਜ ਤੋਂ ਬਾਅਦ ਕੌਣ ਕਰੇਗਾ। ਵੈਸੇ ਇੱਕ ਬੇਨਤੀ ਇੱਥੇ ਮੈਂ ਛੋਟੀ ਜਿਹੀ ਹੋਰ ਕਰ ਦਿਆਂ, ਥੋੜ੍ਹੀ ਜਿਹੀ ਵਿਸ਼ੇ ਤੋਂ ਹਟ ਕੇ ਹੈ। ਗੰਜ ਦਾ ਮਤਲਬ ਹੁੰਦਾ ਹੈ ਖਜ਼ਾਨਾ, ਸੀਸ ਦਾ ਮਤਲਬ ਹੁੰਦਾ ਹੈ ਸਿਰ। ਜਿੱਥੇ ਸ਼ਹੀਦਾਂ ਦੇ ਸਿਰਾਂ ਦਾ ਖਜ਼ਾਨਾ ਲੱਗਿਆ ਹੋਵੇ ਉਹਨੂੰ ਕਿਹਾ ਜਾਂਦਾ ਹੈ ਸੀਸਗੰਜ। ਜੇ ਗੁਰੂ ਨੇ ਸੀਸਗੰਜ ਉਸਾਰੇ ਨੇ, ਜੇ ਗੁਰੂ ਨੇ ਰਕਾਬਗੰਜ ਉਸਾਰੇ ਨੇ, ਤੇ ਗੁਰੂ ਕੇ ਸਿੱਖ ਵੀ ਇਸ ਬੋਲ ਤੋਂ ਕਦੀ ਪਿੱਛੇ ਨਹੀਂ ਹਟੇ। ਗੁਰੂ ਕੇ ਸਿੱਖਾਂ ਨੇ ਸ਼ਹੀਦਗੰਜ ਉਸਾਰ ਕੇ ਦੁਨੀਆ ਦੇ ਸਾਹਮਣੇ ਬੜਾ ਵੱਡਾ ਪੂਰਨਾ ਪਾਇਆ। ਲਾਹੌਰ ਦੀ ਧਰਤੀ ਤੇ ਜਾਓ, ਗੁਰਦੁਆਰਾ ਸਿੰਘ ਸਿੰਘਣੀਆਂ ਸ਼ਹੀਦਗੰਜ ਬਣਿਆ ਹੋਇਆ ਹੈ। ਜੇ ਇੱਕ ਗੁਰੂ ਸ਼ਹੀਦ ਹੁੰਦਾ ਹੈ ਤੇ ਉਹਦੇ ਵਾਸਤੇ ਅੱਗੇ ਆਉਣ ਵਾਲੇ ਹਜ਼ਾਰਾਂ ਹੀ ਸਿੱਖ ਸ਼ਹੀਦਾਂ ਦੀ ਕਤਾਰ ਦੇ ਵਿੱਚ ਖੜੇ ਹੋ ਜਾਂਦੇ ਨੇ। ਇਹ ਸਿੱਖਾਂ ਦਾ ਇਤਿਹਾਸ ਰਿਹਾ ਹੈ। ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਮਾਝੇ ਦੇ ਪਿੰਡਾਂ ਵਿੱਚੋਂ ਲੱਖਾਂ ਹੀ ਨੌਜਵਾਨ ਖੜੇ ਹੋ ਜਾਂਦੇ ਨੇ, ਪਾਤਸ਼ਾਹ ਤੁਹਾਡੇ ਤੋਂ ਪਹਿਲਾਂ ਅਸੀਂ ਮੈਦਾਨੇ ਜੰਗ ਦੇ ਵਿੱਚ ਲੜ ਕੇ ਸ਼ਹੀਦੀ ਦਾ ਜਾਮ ਪੀਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਲਗਾਉਂਦੇ ਨੇ, ਕਿਹੜਾ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਸਥਾਨ ਦੀ ਸੇਵਾ ਕਰੇਗਾ। ਇੱਕ ਉਦਾਸੀ ਸਿੱਖ ਉੱਠਦਾ ਹੈ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਗੁਰਬਖਸ਼ ਦਾਸ। ਉਦਾਸੀ ਸਿੱਖ ਸੀ, ਖੰਡੇ ਬਾਟੇ ਦੀ ਪੌਲ ਨਹੀਂ ਸੀ ਲਈ। ਗੁਰਬਖਸ਼ ਦਾਸ ਉਸ ਸਿੱਖ ਦਾ ਨਾਮ ਇਤਿਹਾਸ ਵਿੱਚੋਂ ਮਿਲਦਾ ਹੈ। ਉੱਚੀ ਆਵਾਜ਼ ਕਰਕੇ ਕਹਿਣ ਲੱਗਾ, ਮਹਾਰਾਜ ਇਸ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਸੇਵਾ ਅੱਜ ਤੋਂ ਬਾਅਦ ਮੈਂ ਕਰਾਂਗਾ, ਤੁਹਾਡੇ ਗੁਰੂ ਪਿਤਾ ਜੀ ਦੇ ਸਥਾਨ ਤੇ ਮੈਂ ਰਹਾਂਗਾ। ਪਰ ਮੈਂ ਇੱਕ ਤੁਹਾਡੇ ਅੱਗੇ ਤਰਲਾ ਕਰਦਾ, ਮੇਰੀ ਬੇਨਤੀ ਹੈ ਤੁਹਾਡੇ ਅੱਗੇ, ਮੈਨੂੰ ਇਸ ਧਰਤੀ ਤੇ ਇਸ ਥਾਂ ਤੇ ਕੋਈ ਨਹੀਂ ਜਾਣਦਾ। ਹੁਣ ਤੁਸੀਂ ਵੀ ਸਾਰਿਆਂ ਨੇ ਇਸ ਥਾਂ ਨੂੰ ਛੱਡ ਕੇ ਚਲੇ ਜਾਣਾ, ਮੈਂ ਤੁਹਾਡੇ ਤੋਂ ਬਾਅਦ ਕਿੱਦਾਂ ਰਵਾਂਗਾ, ਮੈਂ ਕਿਹਦੇ ਆਸਰੇ ਆਪਣਾ ਜੀਵਨ ਬਤੀਤ ਕਰਾਂਗਾ। ਮੇਰੇ ਕੋਲ ਤਾਂ ਖਾਣ ਵਾਸਤੇ ਵੀ ਕੁਝ ਨਹੀਂ, ਰਹਿਣ ਵਾਸਤੇ ਕੁਝ ਨਹੀਂ, ਪਾਉਣ ਵਾਸਤੇ ਕੁਝ ਨਹੀਂ। ਮੈਂ ਤੁਹਾਡੇ ਸਿੱਖਾਂ ਤੋਂ ਬਿਨਾਂ, ਗੁਰੂ ਜੀ ਤੁਹਾਡੇ ਤੋਂ ਬਿਨਾਂ ਕਿੱਦਾਂ ਰਵਾਂਗਾ ਇਸ ਧਰਤੀ ਤੇ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਗੁਰਬਖਸ਼ ਉਦਾਸੀ ਨੂੰ ਆਪਣੇ ਸੀਨੇ ਦੇ ਨਾਲ ਲਾਇਆ, ਆਖਿਆ ਅੱਜ ਤੋਂ ਬਾਅਦ ਮੇਰੇ ਦਰਸ਼ਨ ਕਰਨੇ ਹੋਣ ਤੇ ਕੋਈ ਵੀ ਸਾਬਤ ਸੂਰਤ ਤੇਰੇ ਅੱਗੇ ਆ ਜਾਵੇ, ਉਹਦੇ ਵਿੱਚੋਂ ਤੂੰ ਮੇਰੇ ਦਰਸ਼ਨ ਕਰ ਸਕਦਾ ਹੈ। ਜਿਹਨੂੰ ਅਸੀਂ ਇਤਿਹਾਸ ਦੇ ਬੋਲਾਂ ਵਿੱਚੋਂ ਇਸ ਤਰੀਕੇ ਨਾਲ ਵੀ ਪੜ੍ਹਦੇ ਹਾਂ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਤੂੰ ਖਾਲਸਾ ਪੰਥ ਵਿੱਚੋਂ ਮੇਰੇ ਦਰਸ਼ਨ ਕਰੇਗਾ। ਇੱਕ ਗੱਡਾ ਸਤਿਗੁਰੂ ਜੀ ਨੇ ਉਸ ਗੁਰਬਖਸ਼ ਦਾਸ ਉਦਾਸੀ ਨੂੰ ਦਿੱਤਾ। ਉਹਨੂੰ ਉਦਾਸੀ ਨੂੰ ਇੱਕ ਗੱਡਾ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਦੇ ਸਮੇਤ ਅੱਜ ਦੀ ਇਸ ਰਾਤ ਨੂੰ 3 ਜਥਿਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਰੀ ਪਲਟਨ ਨੂੰ ਵੰਡਿਆ ਜਾਂਦਾ ਹੈ। ਇੱਕ ਜਥੇ ਦੇ ਵਿੱਚ ਭਾਈ ਮਨੀ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਜੀਤੋ ਜੀ। ਦੂਜੇ ਜਥੇ ਦੇ ਵਿੱਚ ਬਜ਼ੁਰਗ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਕਮਾਂਡ ਸਾਹਿਬਜ਼ਾਦਾ ਅਜੀਤ ਸਿੰਘ ਦੇ ਕੋਲ ਸੀ। ਅਤੇ ਅਗਲੇ ਜਥੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਭਾਈ ਉਦੈ ਸਿੰਘ ਜੀ। ਜਦੋਂ ਅੱਜ ਦੀ ਰਾਤ ਸਾਰੇ ਸਿੱਖਾਂ ਨੇ ਇਸ ਗੱਲ 'ਤੇ ਵਿਚਾਰ ਕੀਤੀ ਤੇ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਨੇ ਅੱਜ ਦੀ ਰਾਤ ਅਨੰਦਪੁਰ ਸਾਹਿਬ ਦੇ ਕਿਲ੍ਹੇ ਛੱਡਣ ਦਾ ਫੈਸਲਾ ਕੀਤਾ। ਰਾਤ ਦਾ ਜਦੋਂ 12-1 ਦਾ ਪਹਿਰ ਵੱਜਦਾ ਹੈ, ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਸਮੇਤ ਆਨੰਦਗੜ੍ਹ ਦੇ ਕਿਲ੍ਹੇ ਦੇ ਵਿੱਚੋਂ ਆਪਣੇ ਪੂਰੇ ਜਥੇ ਨੂੰ ਰਵਾਨਾ ਕੀਤਾ ਤੇ ਸਾਰਿਆਂ ਨੂੰ ਇਸ਼ਾਰਾ ਕੀਤਾ, ਤੁਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਣਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਨੂੰ ਸਾਰੀ ਜਿਹੜੀ ਵਹੀਰ ਹੈ ਉਹ ਚੱਲ ਪੈਂਦੀ ਹੈ ਤੇ ਵਹੀਰ ਦੇ ਨਾਲ ਨਾਲ ਸਾਰੇ ਸਿੱਖ ਵੀ ਆਪੋ ਆਪਣੇ ਜਥਿਆਂ ਦੇ ਵਿੱਚ ਤੁਰ ਪੈਂਦੇ ਨੇ, ਕਿਉਂਕਿ ਰਾਤ ਦਾ ਸਮਾਂ ਸੀ। ਪਹਾੜੀ ਰਾਜੇ ਤੇ ਜਿਹੜੀਆਂ ਫੌਜਾਂ ਨੇ ਘੇਰਾ ਪਾਇਆ ਸੀ ਉਹ ਵੀ ਸੁੱਤੇ ਹੋਏ ਸਨ, ਕੁਝ ਕੁ ਸਿਪਾਹੀ ਜਾਗਦੇ ਸਨ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਵੀ ਕਲਗੀਧਰ ਪਾਤਸ਼ਾਹ ਜੀ ਦੇ ਮਗਰ ਮਗਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਵੱਲ ਨੂੰ ਜਿਹੜੇ ਨੇ ਉਹ ਚੱਲ ਪੈਂਦੇ ਨੇ। ਜਿਹੜੀ ਅੱਜ ਦੀ ਰਾਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਕੇ, ਉਸ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਸਦਾ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰ ਜਾਂਦੇ ਨੇ। ਲਗਭਗ 4 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਜੀਵਨ ਪੰਧ ਆਨੰਦਪੁਰ ਨੂੰ ਛੱਡਣ ਤੋਂ ਬਾਅਦ ਬਤੀਤ ਕਰਦੇ ਨੇ। ਪਰ ਉਹ ਦਿਨ ਨਹੀਂ ਆਇਆ ਉਸ ਤੋਂ ਬਾਅਦ ਜਿੱਦਣ ਕਲਗੀਧਰ ਪਾਤਸ਼ਾਹ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਆਪਣੇ ਸਾਹਿਬਜ਼ਾਦਿਆਂ ਦੇ ਉਹਨਾਂ ਕੌਤਕਾਂ ਨੂੰ ਵੇਖ ਸਕਣ, ਆਪਣੇ ਸਿੱਖਾਂ ਦੇ ਉਹਨਾਂ ਮਹੱਲਿਆਂ ਨੂੰ ਵੇਖ ਸਕਣ, ਆਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਉਹ ਕੌਤਕ ਫਿਰ ਤੋਂ ਵੇਖ ਸਕਣ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾਂ ਲੱਗਦੇ ਸਨ। ਉਹ ਸਮਾਂ ਉਸ ਤੋਂ ਬਾਅਦ ਵਾਪਸ ਨਹੀਂ ਪਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਸਰਸਾ ਨਦੀ ਦੇ ਪਹੁੰਚਦੇ ਨੇ। ਪਹਾੜੀ ਫੌਜਾਂ ਅਹਿਸਾਨ ਫਰਾਮੋਸ਼ ਹੋ ਕੇ ਪਿੱਛੋਂ ਹਮਲਾ ਕਰਦੀਆਂ ਨੇ ਤੇ ਹਮਲਾ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪਰਿਵਾਰ ਅੱਗੋਂ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਉਹ 3 ਹਿੱਸਿਆਂ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਕਿੱਥੇ ਤੱਕ ਜਾਂਦਾ ਹੈ, ਇਸ ਗੱਲ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਜਿਹੜੀ ਹੈ ਉਹ ਸ਼ਰਵਣ ਕਰਨ ਦਾ ਯਤਨ ਕਰਾਂਗੇ। ਅੱਜ ਸਿਰਫ ਅਸੀਂ ਇਤਿਹਾਸ ਦੀ ਇਸ ਲੜੀ ਤੱਕ ਪਹੁੰਚੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਨੇ, ਕਦੀ ਉਸ ਸਾਰੇ ਸੀਨ ਨੂੰ ਆਪਣੇ ਪਿੰਡੇ 'ਤੇ ਮਹਿਸੂਸ ਕਰਕੇ ਵੇਖਿਓ ਵੀ ਕਿੱਦਾਂ ਦਾ ਉਹ ਭਿਆਨਕ ਵਕਤ, ਕਿੱਦਾਂ ਦਾ ਉਹ ਭਿਆਨਕ ਦੌਰ, ਕਿੱਦਾਂ ਦਾ ਉਹ ਭਿਆਨਕ ਸਮਾਂ ਹੋਏਗਾ ਜਿਨ੍ਹਾਂ ਸਮਿਆਂ ਦੇ ਵਿੱਚ ਮਹਾਰਾਜ ਨੇ ਅਨੰਦਪੁਰ ਨੂੰ ਛੱਡਿਆ ਹੋਏਗਾ। ਦੁਨੀਆ ਦੇ ਲੋਕ ਜਾਂਦੇ ਨੇ ਆਪਣੇ ਘਰ ਨੂੰ ਛੱਡ ਕੇ ਕੁਝ ਕਮਾਉਣ ਵਾਸਤੇ, ਤੇ ਆਸ ਹੁੰਦੀ ਹੈ ਮੈਂ ਕਮਾ ਕੇ 4 ਪੈਸੇ ਇਕੱਠੇ ਕਰਕੇ ਆਪਣੇ ਘਰ ਵਾਪਸ ਆਵਾਂਗਾ। ਤੁਸੀਂ ਆਪਣੇ ਘਰ ਨੂੰ ਛੱਡ ਕੇ ਅੱਜ ਇੱਥੋਂ ਤੱਕ ਆਏ ਹੋ, ਤੁਹਾਨੂੰ ਆਸ ਹੈ ਅਸੀਂ ਗੁਰਦੁਆਰੇ ਤੋਂ ਆਪਣੇ ਘਰ ਚਲੇ ਜਾਣਾ ਹੈ, ਪਰ ਅੱਜ ਦੀ ਰਾਤ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਦੇ ਕਿਲੇ ਨੂੰ ਛੱਡਿਆ। ਕੋਈ ਆਸ ਨਹੀਂ ਵੀ ਇੱਥੇ ਵਾਪਸ ਪਰਤਿਆ ਵੀ ਜਾਣਾ ਹੈ ਕਿ ਨਹੀਂ ਪਰਤਿਆ ਜਾਣਾ। ਸਾਧ ਸੰਗਤ, ਇਹ ਸਾਰਾ ਕੁਝ ਉਹਨਾਂ ਨੇ ਖਾਲਸਾ ਪੰਥ ਵਾਸਤੇ, ਸਾਡੇ ਵਾਸਤੇ ਕੀਤਾ ਸੀ। ਜਰਾ ਕਿ ਇਸ ਦਰਦ ਨੂੰ ਅਸੀਂ ਆਪਣੇ ਪਿੰਡੇ 'ਤੇ ਮਹਿਸੂਸ ਕਰਨ ਦਾ ਯਤਨ ਕਰੀਏ। ਜੇ ਅਸੀਂ ਸੱਚੀ ਉਹਨਾਂ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਤੇ ਮੈਂ ਇੱਕੋ ਬੇਨਤੀ ਤੁਹਾਡੇ ਸਾਰਿਆਂ ਦੇ ਅੱਗੇ ਕਰਾਂਗਾ ਵੀ ਅਸੀਂ ਉਹਨਾਂ ਦੇ ਇਤਿਹਾਸ ਨੂੰ ਪੜ੍ਹੀਏ, ਆਪਣੇ ਬੱਚਿਆਂ ਨੂੰ ਦੱਸੀਏ, ਆਪਣੇ ਬੱਚਿਆਂ ਦੇ ਵਿੱਚੋਂ ਉਹਨਾਂ ਦੇ ਸਾਹਿਬਜ਼ਾਦਿਆਂ ਵਰਗਾ ਸਰੂਪ ਵੇਖਣ ਦੀ ਕੋਸ਼ਿਸ਼ ਕਰੀਏ ਜਿਹੜਾ ਕਲਗੀਧਰ ਪਾਤਸ਼ਾਹ ਸੱਚੀ ਸਾਡੇ ਵਿੱਚੋਂ ਵੇਖਣਾ ਚਾਹੁੰਦੇ ਸਨ। ਤਾਂ ਹੀ ਸਾਡੇ ਮਨਾਏ ਹੋਏ ਇਹ ਜਿਹੜੇ ਦਿਨ ਨੇ ਇਹ ਸਫਲ ਹੋ ਸਕਣਗੇ। ਸੋ ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਅੱਜ ਦੀ ਰਾਤ ਉਸ ਸਾਰੇ ਸੀਨ ਨੂੰ ਆਪਣੇ ਪਿੰਡੇ 'ਤੇ ਹੰਢਾਇਓ, ਸੋਚਿਓ ਉਸ ਸਮੇਂ ਨੂੰ ਕਿੰਨਾ ਹਾਲਾਤਾਂ ਵਿੱਚ ਕਲਗੀਧਰ ਪਾਤਸ਼ਾਹ ਮਾਤਾ ਗੁਜਰ ਕੌਰ ਆਪਣੇ ਬੁੱਢੇ ਹੱਡਾਂ ਦੇ ਨਾਲ ਠਰਦੀ ਹੋਈ ਠੰਡ ਦੇ ਵਿੱਚ ਸਰਸਾ ਨਦੀ ਦੇ ਠੰਡੇ ਪਾਣੀ ਵਿੱਚ ਤਾਰੀਆਂ ਲਾਉਂਦੇ ਹੋਣਗੇ। ਛੋਟੇ ਸਾਹਿਬਜ਼ਾਦੇ ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਬਿਖਮ ਭਰੇ ਔਖੇ ਪੈਂਡਿਆਂ ਦੇ ਵਿੱਚੋਂ ਆਪਣਾ ਪੰਧ ਤੈਅ ਕਰਦੇ ਹੋਣਗੇ। ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਕੇ ਵੇਖਿਓ। ਆਪ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਰਹਿੰਦੀ ਇਤਿਹਾਸ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਨ ਦਾ ਯਤਨ ਕਰਾਂਗੇ। ਆਪ ਸਰਬੱਤ ਸੰਗਤ ਨੂੰ ਬੇਨਤੀ ਹੈ ਸਮੇਂ ਸਿਰ ਆਣ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਦੀ ਖੇਚਲ ਕਰਨੀ ਜੀ। ਕੋਸ਼ਿਸ਼ ਕਰਾਂਗੇ ਜਿੰਨਾ ਕੁ ਸਮਾਂ ਆਪਣੇ ਕੋਲ ਬਣਦਾ ਹੈ, ਜਿੰਨੀ ਕੁ ਇਤਿਹਾਸ ਦੀ ਵਿਚਾਰ ਗੁਰੂ ਸਾਹਿਬ ਜੀ ਨੇ ਮੱਤ ਅਤੇ ਬੁੱਧ ਬਖਸ਼ੀ ਹੈ, ਉਸੇ ਦੇ ਮੁਤਾਬਕ ਅਸੀਂ ਇਤਿਹਾਸ ਦੀ ਲੜੀ ਨੂੰ ਨਾਲ ਨਾਲ ਜਿਹੜਾ ਹੈ ਉਹ ਤੋਰਦੇ ਰੱਖਣ ਦਾ ਯਤਨ ਕਰਾਂਗੇ ਜੀ। ਆਪ ਸਰਬੱਤ ਸੰਗਤ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।